प्यारे दर्शकों ते विद्यार्थियों, मेरे वालों प्यार भरी सत श्री अकाल। अज आपां जिहड़ी गल करन जा रहे हैं वो गल करन जा रहे हैं जिहड़ा नछत्तर दा नावल है, कैंसर ट्रेन जिहड़ा उहदा नाम है, उहदे बारे आपां गल करन जा रहे हैं। ये जिहड़ा नावल है ना कैंसर ट्रेन, ये पंजाबी यूनिवर्सिटी पटियाला दे विच जिहड़े 5 ईयर कोर्स शुरू होए ने है ना, FYIP, उन्हां दे विच जिहड़ी सोशल साइंस की स्ट्रीम है उहदे विच ये लग्या होया नावल। तां अज आपां गल करदे हैगे आ ये जिहड़ा नावल है इस नावल दे सार बारे, है ना। तां सार बारे गल शुरू करन तो पहलां मैं थोड़ी जी इंट्रोडक्शन तुहानूं करवा देवां जिहड़ा ये नावल है, इस नावल दा जिहड़ा नावलकार है उहदे नाल। नछत्तर जिहड़ा नावलकार है इहने इहदे तो पहलां लगभग 5 होर नावल लिखे ने। बुढ़ी सदी दा मनुख, बाकी दा सच, निक्के निक्के आसमान, हनेरियां गलियां ते स्लो डाउन, 5 नावल इहदे छप चुके ने। 6वां जिहड़ा यह कैंसर ट्रेन इहदा नावल छप के आउंदा है। ते नछत्तर नूं जिहड़ा उहदा नावल सी स्लो डाउन, उहदे ते साल 2017 दे विच जिहड़ी ਸਾਹਿਤ ਅਕਾਦਮੀ हैगी है उहदे वल्लों पुरस्कार जिहड़ा उस नावल नूं दिता जाता है। सो असी अज गल करते हैं कैंसर ट्रेन बारे, इहदे सार बारे, है ना। सब तो पहली गल तो यह है प्यारे विद्यार्थियों कि सारक हुंदा की है ना, उहदे बारे जे तुहानूं पता होऊगा तो तुसी सिर्फ ये पुस्तक नहीं, होर जिहड़ियां भी तुसी पुस्तकां तुसी पढ़दे हो या पढ़ोगे तुहाडे सिलेबस दे विच होणगीआं तां तुसी उहदा सार अपने आप लभ सकदे हो, तैयार कर सकते हैं। क्यों सार तुसी समझो एक उदाहरण के रूप च कि तुसी एक फिल्म देखते हो, फिल्म देखण तो बाद जदों तुसी आके अपने किसी दोस्त मित्र नूं उस फिल्म की कहानी बारे दसदे हैगे हो, है ना, तां जिहड़ा कुछ तुहानूं याद रह जाता है तुसी ओह उहदे नाल अपने दोस्त नाल ओह डिस्कशन करते हो कि भी मैं इस ढंग की आ फिल्म देखी हैगी है ना। हुण ओह फिल्म दे विच जिहड़ा कुछ तुसी ला लो कि जिहड़े गीत हुंदे ने है ना, ओह नहीं तुसी उहनां नूं दसदे अपने दोस्त नूं, तुसी नहीं दसदे हैगे जिहड़ी लड़ाई हुई है ना, वाधू वेरवा सारा छड्ड दिंदे हो। जिहड़ा सिर्फ उहदा कथा अंश हुंदा है, जिहड़ी उहदी कहानी हुंदी है, सिर्फ तुसी उही उहनूं दसदे हो, है ना। तां ਸਾਹਿਤ ਦੇ संदर्भ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਪੇਪਰਾਂ ਦੇ ਵਿੱਚ ਵਿਦਿਆਰਥੀਆਂ ਨੂੰ ਜਿਹੜਾ ਸਾਰ ਆਉਂਦਾ, ਤਾਂ ਸਾਰ ਤੋਂ ਭਾਵ ਇਹ ਹੈ ਕਿ ਤੁਸੀਂ ਜਿਹੜੀ ਇੱਕ ਰਚਨਾ ਪੜ੍ਹ ਲਈ ਹੈ, ਉਹ ਰਚਨਾ ਨੂੰ ਪੜ੍ਹਨ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਉਹਦਾ ਇੱਕ ਵਿਜ਼ੂਅਲ ਬਣਿਆ ਹੋਇਆ ਹੈ ਨਾ, ਉਹ ਜਿੰਨੀ ਕੁ ਕਥਾ ਤੁਹਾਨੂੰ ਯਾਦ ਹੈ ਉਹੀ ਉਹਦਾ ਸਾਰ ਹੈ। ਓਕੇ, ਤਾਂ ਆਪਾਂ ਗੱਲ ਇੱਥੋਂ ਸ਼ੁਰੂ ਕਰਨੀ ਹੈ ਕਿ ਜਿਹੜਾ ਇਹ ਨਾਵਲ ਹੈ, ਇਹ ਨਾਵਲ ਦਾ ਜਿਹੜਾ ਮੁੱਖ ਵਿਸ਼ਾ ਹੈ ਉਹ ਕੀ ਹੈ। ਇਹ ਨਾਵਲ ਦਾ ਮੁੱਖ ਵਿਸ਼ਾ ਹੈਗਾ ਕਿ ਜਿਹੜਾ ਮਾਲਵਾ ਖੇਤਰ ਹੈ, ਮਾਲਵਾ ਬੈਲਟ ਹੈ ਪੰਜਾਬ ਦੇ ਵਿੱਚ, ਉਹਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਬਹੁਤ ਜ਼ਿਆਦਾ ਕੈਂਸਰ ਰੋਗੀ ਜਿਹੜੇ ਵਧੇ ਹੈਗੇ ਨੇ, ਉਹ ਕੈਂਸਰ ਰੋਗੀਆਂ ਦੇ ਵਧਣ ਦੇ ਕੀ ਕਾਰਨ ਨੇ, ਹੈ ਨਾ। ਉੱਥੇ ਉਸ ਪੱਟੀ ਦੇ ਵਿੱਚ ਜਿਹੜਾ ਕੈਂਸਰ ਹੈਗਾ ਕਿਉਂ ਇੰਨਾ ਫੈਲਿਆ, ਕਿਉਂ ਇੰਨਾ ਫੈਲ ਰਿਹਾ, ਇਹ ਉਹਦੇ ਨਾਲ ਸੰਬੰਧਿਤ ਹੈ ਇਹ ਨਾਵਲ ਦੀ ਜਿਹੜੀ ਕਥਾ ਹੈਗੀ ਹੈ। ਤਾਂ ਇਹ ਨਾਵਲ ਜਿਹੜਾ ਸ਼ੁਰੂ ਹੁੰਦਾ ਹੈ ਬਿਲਕੁਲ ਸਟਾਰਟਿੰਗ ਦੇ ਵਿੱਚ ਇਹਦੇ 'ਚ ਫਲੈਸ਼ਬੈਕ ਵਿਧੀ ਵਰਤੀ ਗਈ ਹੈਗੀ ਹੈ। ਨਾਵਲ ਦੇ ਵਿੱਚ ਇੱਕ ਮੁੱਖ ਪਾਤਰ ਹੈ, ਉਹਦਾ ਨਾਮ ਹੈਗਾ ਅਮਨ। ਅਮਨ ਜਿਹੜਾ ਕਿ ਐਗਰੀਕਲਚਰ ਯੂਨੀਵਰਸਿਟੀ ਤੋਂ MSc ਕਰ ਰਿਹਾ ਹੈ, ਤੇ MSc ਦੇ ਦੌਰਾਨ ਉਹਨੇ ਇੱਕ ਡੈਜ਼ਰਟੇਸ਼ਨ ਲਿਖਣੀ ਹੈ, ਇੱਕ ਪ੍ਰੋਜੈਕਟ ਵਰਕ ਜਿਹੜਾ ਹੈ ਉਹਨੇ ਤਿਆਰ ਕਰਨਾ ਹੈ। ਤੇ ਉਹ ਪ੍ਰੋਜੈਕਟ ਵਰਕ ਦਾ ਜਿਹੜਾ ਟਾਈਟਲ ਹੈਗਾ ਉਹ ਮਾਲਵੇ ਦੇ ਵਿੱਚ ਜਿਹੜੀਆਂ ਕੈਂਸਰ ਕਰਕੇ ਮੌਤਾਂ ਹੋ ਰਹੀਆਂ ਨੇ ਜਾਂ ਉੱਥੇ ਕੈਂਸਰ ਫੈਲਣ ਦੇ ਕੀ ਕਾਰਨ ਨੇ ਉਹਦੇ ਨਾਲ ਸੰਬੰਧਿਤ ਉਹਦਾ ਉਹ ਪ੍ਰੋਜੈਕਟ ਹੈਗਾ। ਤਾਂ ਜਿਹੜਾ ਅਮਨ ਹੈ, ਅਮਨ ਦਾ ਇੱਕ ਦੋਸਤ ਬਣਦਾ ਹੈਗਾ ਮਾਲਵਾ ਖੇਤਰ ਦੀ ਬੈਲਟ ਦੇ ਵਿੱਚ। ਉਹ ਦੋਸਤ ਦਾ ਨਾਮ ਹੈ ਜਰਨੈਲ ਸਿੰਘ। ਤਾਂ ਜਿੱਥੋਂ ਨਾਵਲ ਇਹ ਸ਼ੁਰੂ ਹੁੰਦਾ ਹੈਗਾ ਤਾਂ ਉਦੋਂ ਜਰਨੈਲ ਸਿੰਘ ਦਾ ਭੋਗ ਹੈ। ਜਰਨੈਲ ਸਿੰਘ ਦੀ ਡੈਥ ਹੋ ਚੁੱਕੀ ਹੈ, ਕੈਂਸਰ ਕਰਕੇ ਹੀ ਉਹਦੀ ਡੈਥ ਹੁੰਦੀ ਹੈ। ਤਾਂ ਉਹਦੇ ਭੋਗ ਤੋਂ ਇਹ ਨਾਵਲ ਜਿਹੜਾ ਹੈ ਸ਼ੁਰੂ ਹੁੰਦਾ। ਉਸ ਤੋਂ ਬਾਅਦ ਫਲੈਸ਼ਬੈਕ ਵਿਧੀ ਚੱਲਦੀ ਹੈਗੀ ਹੈ ਤੇ ਕਾਫੀ ਅੱਗੇ ਜਾ ਕੇ ਇਹ ਉਸ ਤੋਂ ਬਾਅਦ ਇਹ ਜਿਹੜਾ ਵਰਤਮਾਨ ਦੇ ਸਾਈਮਲਟੇਨੀਅਸਲੀ ਹੈ ਨਾ ਉਹਦੇ ਪੈਰਲਲ ਚੱਲਣਾ ਸ਼ੁਰੂ ਕਰ ਦਿੰਦਾ ਹੈਗਾ। ਅਮਨ ਮਾਲਵੇ ਦੇ ਪਿੰਡਾਂ ਦੇ ਵਿੱਚ ਆਪਣੇ ਦੋਸਤ ਜਰਨੈਲ ਦੇ ਨਾਲ ਜਾਂਦਾ ਡਾਟਾ ਇਕੱਠਾ ਕਰਨ ਵਾਸਤੇ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੇ ਰੋਗੀ ਨੇ, ਉਹਨਾਂ ਨੂੰ ਕਿਸ ਕਿਸਮ ਦਾ ਕੈਂਸਰ ਹੈਗਾ, ਉਹ ਕੈਂਸਰ ਉਹਨਾਂ ਨੂੰ ਕਿੰਨੇ ਸਮੇਂ ਤੋਂ ਹੋਇਆ, ਜਾਂ ਪਿੰਡਾਂ ਦੇ ਵਿੱਚ ਕੈਂਸਰ
ਨਾਲ ਸੰਬੰਧਿਤ ਕੁੱਲ ਰੋਗੀਆਂ ਦੀ ਗਿਣਤੀ ਕਿੰਨੀ ਆ ਜਾਂ ਉੱਤੇ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ, ਹੈ ਨਾ, ਇਹਦਾ ਸਰਵੇ ਕਰਨ ਵਾਸਤੇ ਉਹ ਇੱਕ ਪਿੰਡ ਦੇ ਵਿੱਚ ਜਾਂਦਾ। ਪਿੰਡ ਦੇ ਵਿੱਚ ਜਾ ਕੇ ਜਦੋਂ ਉਹ ਸੱਥ ਦੇ ਵਿੱਚ ਬੈਠੇ ਹੋਏ ਲੋਕਾਂ ਨਾਲ ਗੱਲ ਕਰਦਾ ਤਾਂ ਇੱਕ ਜਿਹੜਾ ਬਜ਼ੁਰਗ ਹੈ ਉਹ ਸਾਫ਼ ਸਪਸ਼ਟ ਰੂਪ ਦੇ ਵਿੱਚ ਅਮਨ ਨੂੰ ਇਹ ਬਿਲਕੁਲ ਨਹੀਂ ਦੱਸਦਾ ਕਿ ਇਸ ਪਿੰਡ ਦੇ ਵਿੱਚ ਉਹਨਾਂ ਦੇ ਆਪਣੇ ਪਿੰਡ ਦੇ ਵਿੱਚ ਕੈਂਸਰ ਦੇ ਕਿੰਨੇ ਰੋਗੀ ਨੇ, ਹੈ ਨਾ। ਉਹ ਸਾਰੀਆਂ ਗੱਲਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ, ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਵੀ ਹੁਣ ਸਾਡੇ ਪਿੰਡ ਦੇ ਵਿੱਚ ਕੋਈ ਕੈਂਸਰ ਦਾ ਰੋਗੀ ਨਹੀਂ ਹੈਗਾ, ਜਿਹੜੇ ਹੈਗੇ ਸੀ ਉਹ ਠੀਕ ਹੋ ਗਏ ਨੇ। ਤਾਂ ਜਿਹੜਾ ਅਮਨ ਹੈ ਉਹ ਜਦੋਂ ਥੋੜ੍ਹਾ ਜਿਹਾ ਲਾਂਭੇ ਹੁੰਦਾ ਹੈ ਤਾਂ ਆਪਣੇ ਦੋਸਤ ਜਰਨੈਲ ਤੋਂ ਪੁੱਛਦਾ ਹੈ ਕਿ ਬਈ ਇਸ ਪਿੰਡ ਦੇ ਵਿੱਚ ਕੈਂਸਰ ਹੈਗਾ, ਇਹ ਬਜ਼ੁਰਗ ਕਿਉਂ ਇਸ ਚੀਜ਼ ਤੋਂ ਮਨਾ ਕਰ ਰਿਹਾ, ਇਨਕਾਰ ਕਿਉਂ ਕਰ ਰਿਹਾ। ਤਾਂ ਜਰਨੈਲ ਦੱਸਦਾ ਹੈ ਕਿ ਜਦੋਂ ਇਹ ਗੱਲ ਬਾਹਰ ਨਿਕਲ ਕੇ ਜਾਂਦੀ ਹੈ ਕਿ ਵੀ ਇਹ ਫਲਾਣਾ ਪਿੰਡ ਹੈ, ਇਹਦੇ ਵਿੱਚ ਕੈਂਸਰ ਦੇ ਬਹੁਤ ਜ਼ਿਆਦਾ ਰੋਗੀ ਨੇ, ਇੱਥੇ ਰਹਿਣ ਵਾਲਿਆਂ ਨੂੰ, ਵਸਣ ਵਾਲਿਆਂ ਨੂੰ ਕੈਂਸਰ ਹੋ ਜਾਂਦਾ, ਤਾਂ ਇੱਕ ਨੈਚੁਰਲ ਜੀ ਗੱਲ ਹੈਗੀ ਆ ਕਿ ਉੱਥੋਂ ਦੇ ਲੋਕ ਇਸ ਚੀਜ਼ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਉਹ ਦੱਸਣਾ ਨਹੀਂ ਚਾਹੁੰਦੇ ਹੈਗੇ ਤਾਂ ਕਿ ਪਿੰਡ ਦੀ ਬਦਨਾਮੀ ਨਾ ਹੋਵੇ। ਇਹਦੇ ਨਾਲ ਇੱਕ ਇਹਦਾ ਕਲਚਰਲ ਜਿਹੜਾ ਹੈਗਾ ਰੀਜ਼ਨ ਉਹ ਵੀ ਹੈਗਾ ਕਿ ਲੋਕ ਆਪਣੀਆਂ ਜਿਹੜੀਆਂ ਬੇਟੀਆਂ ਨੇ, ਹੈ ਨਾ, ਉਹਨਾਂ ਦਾ ਵਿਆਹ ਉਸ ਪਿੰਡਾਂ ਦੇ ਵਿੱਚ ਉਹ ਨਹੀਂ ਕਰਦੇ ਹੈਗੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਜਿਹੜਾ ਕੈਂਸਰ ਨੇ ਆਪਣੇ ਪੈਰ ਪਸਾਰੇ ਹੋਏ ਨੇ। ਇਸ ਕਰਕੇ ਬਜ਼ੁਰਗ ਜਿਹੜਾ ਹੈ ਉਹਨੂੰ ਉਹ ਝੂਠ ਬੋਲਦਾ ਹੈਗਾ। ਤਾਂ ਅਮਨ ਉੱਥੋਂ ਨਿਕਲ ਕੇ ਜਿਹੜਾ ਉਸ ਪਿੰਡ ਦੇ ਵਿੱਚ ਵਾਟਰ ਵਰਕਸ ਲੱਗਿਆ ਹੋਇਆ, ਜਿੱਥੇ RO ਸਿਸਟਮ ਲੱਗਿਆ, ਉੱਥੇ ਜਾ ਕੇ ਉਹ ਸੈਂਪਲਿੰਗ ਕਰਦਾ ਹੈਗਾ ਅਤੇ ਦੇਖਦਾ ਹੈਗਾ ਕਿ ਜਿਹੜਾ ਉਹ RO ਸਿਸਟਮ ਲੱਗਿਆ ਹੋਇਆ ਉਹਦੀ ਮੇਨਟੇਨੈਂਸ ਜਿਹੜੀ ਹੈਗੀ ਉਹ ਬਹੁਤ ਵਧੀਆ ਢੰਗ ਨਾਲ ਨਹੀਂ ਕੀਤੀ ਹੋਈ। ਤਾਂ ਅਮਨ ਇਸ ਗੱਲ ਦਾ ਜ਼ਿਕਰ ਜਰਨੈਲ ਕੋਲੇ ਵੀ ਕਰਦਾ ਕਿ ਵੀ ਜਿਹੜੀ ਇਹ ਮੇਨਟੇਨੈਂਸ ਹੈ, RO ਲੱਗੇ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਇਹਨੂੰ ਅਸੀਂ ਸੁਚੱਜੇ ਢੰਗ ਦੇ ਨਾਲ ਸਾਂਭ ਸੰਭਾਲ ਕੇ ਨਾ ਰੱਖਿਆ, ਕਿਉਂਕਿ RO ਦਾ ਕੰਮ ਸਾਫ਼ ਪਾਣੀ ਦੇਣਾ। ਜੇ ਪਾਣੀ RO ਤੋਂ ਬਾਅਦ ਵੀ ਸਾਫ਼ ਨਾ ਮਿਲਿਆ ਤਾਂ ਉਹ ਜੇ RO ਦਾ ਕੋਈ ਫਾਇਦਾ ਨਹੀਂ ਹੈਗਾ। ਉਸ ਤੋਂ ਬਾਅਦ ਅਮਨ ਚੈੱਕ ਕਰਦਾ, ਜਿਹੜੀ ਇੱਕ ਰਿਪੋਰਟ ਚੈੱਕ ਕਰਦਾ ਹੈਗਾ। ਰਿਪੋਰਟ ਦੇ ਵਿੱਚ ਉਹ ਦੇਖਦਾ ਹੈ ਕਿ ਜਿਹੜੇ ਲੋਕਾਂ ਦੀ ਪਿਛਲੇ ਸਮੇਂ ਦੇ ਦੌਰਾਨ ਮੌਤ ਹੋਈ ਹੈ, ਉਹ ਦੇਖਦਾ ਹੈਗਾ ਕਿ ਉਹ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਮੌਤ ਹੈ, ਮੌਤ ਦਾ ਜਿਹੜਾ ਕਾਰਨ ਹੈ ਉਹਦੇ 'ਚ ਕਿਤੇ ਵੀ ਨਾ ਕੈਂਸਰ ਦੀ ਪੁਸ਼ਟੀ ਨਹੀਂ ਕੀਤੀ ਹੋਈ ਕਿ ਵੀ ਇਹ ਜਿਹੜਾ ਰੋਗੀ ਹੈਗਾ ਇਹ ਕੈਂਸਰ ਕਰਕੇ ਮਰਿਆ। ਤਾਂ ਅਮਨ ਨੂੰ ਬੜਾ ਡਾਊਟ ਹੁੰਦਾ ਇਸ ਗੱਲ ਦਾ ਕਿ ਬਈ ਮੈਂ ਉਹਨਾਂ ਪਿੰਡਾਂ ਦੇ ਵਿੱਚੋਂ ਹੀ ਆਇਆ ਜਿੱਥੋਂ ਦੇ ਇਹ ਮਰੀਜ਼ ਹੈਗੇ ਨੇ, ਬਟ ਇਹਨਾਂ ਦੀ ਜਿਹੜੀ ਮੌਤ ਹੈ ਉਹ ਸਧਾਰਨ ਤਰੀਕੇ ਨਾਲ ਦੱਸੀ ਗਈ ਆ। ਤਾਂ ਅਮਨ ਕੀ ਕਰਦਾ ਹੈਗਾ ਕਿ ਇਸ ਚੀਜ਼ ਨੂੰ ਜਾਂਚਣ ਵਾਸਤੇ, ਇਸ ਚੀਜ਼ ਨੂੰ ਆਪਾਂ ਕਹਿ ਸਕਦੇ ਟੈਲੀ ਕਰਨ ਵਾਸਤੇ ਉਹ ਉਹਨਾਂ ਪਿੰਡਾਂ ਦੇ ਵਿੱਚ ਜਾਂਦਾ ਹੈ ਜਿੱਥੋਂ ਦੀ ਉਹ ਰਿਪੋਰਟ ਹੁੰਦੀ ਹੈ। ਤਾਂ ਪਿੰਡਾਂ ਦੇ ਵਿੱਚ ਜਾ ਕੇ ਉਹਨੂੰ ਪਤਾ ਲੱਗਦਾ ਕਿ ਮਰੇ ਤਾਂ ਉਹ ਕੈਂਸਰ ਕਰਕੇ ਹੀ ਸੀ, ਪਰ ਸਰਕਾਰੀ ਰਿਪੋਰਟਾਂ ਦੇ ਵਿੱਚ ਉਹਨਾਂ ਨੂੰ ਸਧਾਰਨ ਜਿਹੜੀ ਮੌਤ ਨਾਲ ਮਰਿਆ ਦਿਖਾਇਆ ਗਿਆ ਹੈਗਾ, ਹੈ ਨਾ। ਤਾਂ ਇਹਦੇ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੀ ਸਰਕਾਰ ਹੈ ਉਹ ਇਸ ਜਿਹੜੀ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦੀ ਹੈਗੀ, ਕਿਉਂਕਿ ਇਹ ਸਰਕਾਰ ਵਾਸਤੇ ਵੀ ਨਮੋਸ਼ੀ ਦੀ ਗੱਲ ਹੈਗੀ ਆ ਕਿ ਬਈ ਉਹਨਾਂ ਦੀ ਸਰਕਾਰ ਦੇ ਅੰਤਰਗਤ ਜਿਹੜੇ ਇਲਾਕੇ ਆਉਂਦੇ ਨੇ ਉਹਨਾਂ ਦੇ ਵਿੱਚ ਇਸ ਕਿਸਮ ਦੀਆਂ ਭਿਆਨਕ ਬਿਮਾਰੀਆਂ ਫੈਲੀਆਂ ਹੋਈਆਂ ਨੇ। ਇਸ ਤੋਂ ਬਾਅਦ ਜਿਹੜੀ ਨਾਵਲਕਾਰ ਨੇ ਅੱਗੇ ਵਿਧੀ ਵਰਤੀ ਹੈਗੀ ਹੈ, ਉਹ ਵਿਧੀ ਵਰਤੀ ਹੈਗੀ ਹੈ ਕੇਸ ਸਟੱਡੀ ਦੀ। ਕਿ ਇਸ ਤੋਂ ਬਾਅਦ ਨਾਵਲਕਾਰ 3-4 ਜਿਹੜੀਆਂ ਕੇਸ ਸਟੱਡੀਜ਼ ਨੇ ਉਹ ਦੱਸ ਕੇ ਤੇ ਨਾਵਲ ਨੂੰ ਅੱਗੇ ਤੋਰਦਾ ਹੈਗਾ। ਪਹਿਲੀ ਜਿਹੜੀ ਕੇਸ ਸਟੱਡੀ ਹੈ ਉਹ ਇੱਕ ਕੁੜੀ ਹੈ ਨਿਰਮਲ, ਜਿਹੜੀ ਕਿ ਸਕੂਲ ਦੇ ਵਿੱਚ ਪੜ੍ਹਦੀ ਹੈ, ਹੈ ਨਾ, ਹਲੇ 10ਵੀਂ ਦੇ ਵਿੱਚ ਹੀ ਹੈਗੀ ਹੈ। ਉਹਨੂੰ ਇੱਕ ਵਾਰੀ ਸਕੂਲ ਦੇ ਵਿੱਚ ਚੱਕਰ ਆ ਜਾਂਦਾ, ਡਿੱਗ ਪੈਂਦੀ ਹੈ। ਉਸ ਤੋਂ ਬਾਅਦ ਮਤਲਬ ਉਦੋਂ ਇਹ ਸਮਝ ਲਿਆ ਜਾਂਦਾ ਕਿ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ, ਗਰਮੀ ਕਰਕੇ ਚੱਕਰ ਆ ਗਿਆ, ਠੀਕ ਹੈ। ਪਰ ਇਹ ਜਿਹੜੀ ਸਥਿਤੀ ਹੈ ਉਹਦੇ ਨਾਲ 2-3 ਵਾਰੀ ਹੋਰ ਵਾਪਰਦੀ ਹੈਗੀ ਆ। ਤਾਂ ਮਾਪਿਆਂ ਨੂੰ ਚਿੰਤਾ ਹੁੰਦੀ ਹੈ। ਤਾਂ ਮਾਪੇ ਨਿਰਮਲ ਨੂੰ ਮਤਲਬ ਨਿਰਮਲ ਦਾ ਫਾਦਰ ਜਿਹੜਾ ਹੈਗਾ ਨਾਜਰ ਸਿੰਘ, ਉਹਦੀ ਮਦਰ ਜਸਵੀਰ ਕੌਰ, ਉਹਨੂੰ ਸ਼ਹਿਰ ਬਠਿੰਡੇ ਹਸਪੀਟਲ ਦੇ ਵਿੱਚ ਦਿਖਾਉਣ ਵਾਸਤੇ ਲੈ ਜਾਂਦੇ ਨੇ। ਉੱਥੇ ਉਹ ਡਾਕਟਰ ਚੈੱਕਅਪ ਵਗੈਰਾ ਕਰਕੇ ਉਹਦਾ, ਹੈ ਨਾ, ਉਹਨੂੰ ਦਵਾਈ ਦੇ ਦਿੰਦੇ ਨੇ। ਪਰ ਉਹ ਦਵਾਈ ਦੇ ਨਾਲ ਨਿਰਮਲ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਰਾਮ ਨਹੀਂ ਆਉਂਦਾ ਹੈਗਾ। ਤਾਂ ਉਹ ਇਸ ਗੱਲ ਨੂੰ ਲੈ ਕੇ ਖਿੱਚ ਜਾਂਦੀ ਹੈਗੀ ਹੈ ਕਿ ਬਈ ਮੈਂ ਠੀਕ ਜਿਹੜੀ ਹੈਗੀ ਉਹ ਕਿਉਂ ਨਹੀਂ ਹੋ ਰਹੀ, ਹੈ ਨਾ। ਤਾਂ ਜਰਨੈਲ ਜਿਹੜਾ ਹੈ ਉਹ ਨਾਜਰ ਸਿੰਘ ਨੂੰ ਸਲਾਹ ਦਿੰਦਾ ਹੈ ਕਿ ਭਾਈ ਤੂੰ ਇੱਕ ਵਾਰੀ ਜਾ ਕੇ ਆਪਣੀ ਬੇਟੀ ਨੂੰ ਬੀਕਾਨੇਰ ਦਿਖਾ ਕੇ ਆ, ਜਿੱਥੇ ਕਿ ਇੱਕ ਬਹੁਤ ਵੱਡਾ ਹਸਪਤਾਲ ਬਣਿਆ ਹੋਇਆ, ਕੈਂਸਰ ਦਾ ਹਸਪੀਟਲ ਹੈਗਾ, ਹੈ ਨਾ। ਤਾਂ ਨਾਜਰ ਇਸ ਗੱਲ ਨੂੰ ਸੁਣ ਕੇ ਡਰ ਜਾਂਦਾ ਹੈ। ਤਾਂ ਜਰਨੈਲ ਉਹਨੂੰ ਧਰਵਾਸ ਦਿੰਦਾ ਹੋਇਆ ਕਹਿੰਦਾ ਕਿ ਜ਼ਰੂਰੀ ਨਹੀਂ ਹੈਗਾ ਕਿ ਬੀਕਾਨੇਰ ਦੇ ਵਿੱਚ ਉਹੀ ਮਰੀਜ਼ ਜਾਂਦੇ ਹੋਣ ਜਿਨ੍ਹਾਂ ਨੂੰ ਕੈਂਸਰ ਹੋਇਆ, ਉੱਥੇ ਆਮ ਨਾਰਮਲ ਮਰੀਜ਼ ਵੀ ਜਾ ਸਕਦੇ ਨੇ, ਤੁਸੀਂ ਇੱਕ ਵਾਰੀ ਜਾ ਕੇ ਆਪਣਾ ਡਾਊਟ ਕਲੀਅਰ ਕਰ ਲਓ। ਤਾਂ ਉੱਥੇ ਉਹ ਜਾਂਦੇ ਨੇ। ਉੱਥੇ ਜਾ ਕੇ ਇਹ ਗੱਲ ਕਲੀਅਰ ਹੋ ਜਾਂਦੀ ਹੈਗੀ ਆ ਕਿ ਜਿਹੜੀ ਕੁੜੀ ਹੈ ਨਿਰਮਲ, ਇਹਨੂੰ ਬਲੱਡ ਕੈਂਸਰ ਹੈ, ਠੀਕ ਹੈ, ਲਿਊਕੀਮੀਆ ਉਹਦਾ ਨਾਮ ਹੈ ਉਸ ਬਿਮਾਰੀ ਦਾ, ਹੈ ਨਾ, ਕੈਂਸਰ ਦੀ ਉਸ ਕਿਸਮ ਦਾ।
ਨਾਜਰ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਹੈ ਤਾਂ ਉਹ ਕੋਸ਼ਿਸ਼ ਕਰਦਾ ਹੈ ਆਪਣੇ ਪਰਿਵਾਰ ਤੋਂ, ਆਪਣੀ ਬੇਟੀ ਤੇ ਆਪਣੀ ਪਤਨੀ ਜਸਵੀਰ ਤੋਂ ਇਸ ਗੱਲ ਨੂੰ ਲੁਕਾ ਕੇ ਰੱਖਣ ਦੀ, ਪਰ ਇਹ ਬਹੁਤੀ ਦੇਰ ਤੱਕ ਇਹ ਗੱਲ ਲੁਕੀ ਨਹੀਂ ਰਹਿੰਦੀ। ਜਦੋਂ ਪਿੰਡ ਦੇ ਜਿਹੜੇ ਸਕੂਲ ਹੈ ਜਿੱਥੇ ਨਿਰਮਲ ਪੜ੍ਹਦੀ ਹੈ ਉੱਥੋਂ ਦਾ ਮਾਸਟਰ, ਜਦੋਂ ਮਾਸਟਰ ਇਕੱਠੇ ਹੋ ਕੇ ਘਰ ਉਹਨਾਂ ਦੇ ਆਉਂਦੇ ਨੇ ਉਹਦਾ ਹਾਲ ਚਾਲ ਪੁੱਛਣ ਵਾਸਤੇ ਨਿਰਮਲ ਦਾ, ਤਾਂ ਉੱਥੇ ਉਹ ਟੇਬਲ ਤੇ ਪਈਆਂ ਰਿਪੋਰਟਾਂ ਦੇਖਦੇ ਨੇ ਤਾਂ ਰਿਪੋਰਟਾਂ ਤੋਂ ਸਾਇੰਸ ਜਿਹੜਾ ਮਾਸਟਰ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਵੀ ਇਸ ਕੁੜੀ ਨੂੰ ਕੈਂਸਰ ਹੈ। ਜਦੋਂ ਇਹ ਗੱਲ ਇੱਕ ਵਾਰੀ ਪਰਿਵਾਰ ਦੇ, ਪੂਰੇ ਪਰਿਵਾਰ ਦੇ ਸਾਹਮਣੇ ਨੁਮਾਇਆ ਹੁੰਦੀ ਹੈ, ਉਹਨਾਂ ਨੂੰ ਪਤਾ ਲੱਗਦੀ ਹੈ, ਤਾਂ ਇੱਕ ਵਾਰੀ ਜਿਹੜਾ ਪਰਿਵਾਰ ਹੈ ਉਹ ਆਪਾਂ ਕਹਿ ਸਕਦੇ ਹਾਂ ਉਹਦਾ ਹੌਸਲਾ ਪੂਰੀ ਤਰ੍ਹਾਂ ਪਸਤ ਹੋ ਜਾਂਦਾ ਹੈਗਾ ਕਿ ਬਈ ਇਹ ਜਿਹੜੀ ਸਾਡੀ ਬੇਟੀ ਹੈ ਇਹਨੂੰ ਇਸ ਕਿਸਮ ਦੀ ਨਾਮੁਰਾਦ ਬਿਮਾਰੀ ਹੋ ਗਈ ਹੈ। ਦੂਜੀ ਜਿਹੜੀ ਕੇਸ ਸਟੱਡੀ ਨਛੱਤਰ ਆਪਣੇ ਨਾਵਲ ਦੇ ਵਿੱਚ ਪੇਸ਼ ਕਰਦਾ ਹੈਗਾ, ਉਹ ਇੱਕ ਔਰਤ ਹੈ, ਉਹਦਾ ਨਾਮ ਹੈਗਾ ਬੰਸੋ। ਬੰਸੋ ਦੇ ਪਤੀ ਦਾ ਨਾਮ ਗੇਜਾ ਹੈ, ਉਹਦਾ ਜਿਹੜਾ ਮੁੰਡਾ ਹੈ ਬਹੁਤ ਛੋਟਾ ਹਲੇ ਬੱਚਾ ਹੈ, ਉਹਦਾ ਨਾਮ ਟੀਟੂ ਹੈ, ਸੱਸ ਦਾ ਨਾਮ ਦਲੀਪੂ ਹੈਗਾ। ਤਾਂ ਜਿਹੜੀ ਇਹ ਬੰਸੋ ਹੈ ਇਹਦੇ ਬਾਰੇ ਨਾਵਲਕਾਰ ਨੇ ਦੋ ਥਾਵਾਂ 'ਤੇ ਜ਼ਿਕਰ ਕੀਤਾ ਹੋਇਆ ਕਿ ਇੱਕ ਤਾਂ ਉਹ ਕਹਿੰਦਾ ਕਿ ਵੀ ਇਹ ਸਿਲਾਈ ਮਸ਼ੀਨ 'ਤੇ ਕੰਮ ਕਰਦੀ ਹੈਗੀ ਹੈ, ਦੂਜਾ ਨਾਵਲਕਾਰ ਜ਼ਿਕਰ ਕਰਦਾ ਹੈ ਕਿ ਇਹ ਜਿਹੜੀ ਆਪਾਂ ਕਹਿ ਸਕਦੇ ਹੈਗੇ ਆ ਕਿ ਕਪਾਹ ਚੁਗਣ ਵਾਸਤੇ ਜਾਂਦੀ ਹੈਗੀ ਹੈ ਨਾ। ਜਦੋਂ ਸਭ ਤੋਂ ਪਹਿਲੀ ਵਾਰ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਨਾ ਧੁੰਨੀ ਤੋਂ ਹੇਠਲੇ ਹਿੱਸੇ ਦੇ ਵਿੱਚ, ਤਾਂ ਉਦੋਂ ਇਹ ਨਰਮਾ ਹੀ ਚੁਗ ਰਹੀ ਹੁੰਦੀ ਹੈ ਤੇ ਇਹਦੀ ਹਾਲਤ ਇੰਨੀ ਜ਼ਿਆਦਾ ਬੁਰੀ ਹੋ ਜਾਂਦੀ ਹੈ ਕਿ ਇਹਨੂੰ ਵਾਪਸ ਆਪਣੇ ਘਰ ਪਰਤ ਕੇ ਆਉਣਾ ਪੈਂਦਾ। ਤਾਂ ਇਹਦੀ ਜਿਹੜੀ ਸੱਸ ਦਲੀਪੂ ਹੈ ਉਹਨੂੰ ਪਹਿਲਾਂ ਇਹ ਲੱਗਦਾ ਹੈਗਾ ਕਿ ਐਡੀ ਕੀ ਗੱਲ ਹੋ ਗਈ ਕਿ ਇਹ ਦਿਹਾੜੀ ਛੱਡ ਕੇ ਆ ਗਈ, ਪਰ ਜਦੋਂ ਉਹ ਉਹਦਾ ਰੰਗ ਢੰਗ ਦੇਖਦੀ ਹੈ ਨਾ, ਜਿਸ ਢੰਗ ਦੇ ਨਾਲ ਉਹ ਵਿਵਹਾਰ ਕਰ ਰਹੀ ਆ, ਉਹਦਾ ਵਰਤਾਓ ਹੈਗਾ, ਤਾਂ ਉਹਨੂੰ ਲੱਗਦਾ ਹੈਗਾ ਕਿ ਵੀ ਹਾਂ ਇਹ ਕੋਈ ਥੋੜ੍ਹੀ ਜਿਹੀ ਕੋਈ ਮੇਜਰ ਇਹਨੂੰ ਕੋਈ ਪ੍ਰੋਬਲਮ ਹੋਈ ਹੈਗੀ ਹੈ ਨਾ। ਤਾਂ ਗੇਜਾ ਜਿਹੜਾ ਹੈ, ਕਿਉਂਕਿ ਗੇਜਾ ਪਹਿਲਾਂ ਰਾਜ ਮਿਸਤਰੀ ਜਿਹੜੇ ਨੇ ਉਹਨਾਂ ਦੇ ਨਾਲ ਇੱਕ ਦਿਹਾੜੀਏ ਵਜੋਂ ਕੰਮ ਕਰਦਾ ਸੀ, ਮਜ਼ਦੂਰ ਵਜੋਂ ਕੰਮ ਕਰਦਾ ਹੁੰਦਾ ਸੀ। ਹੌਲੀ ਹੌਲੀ ਉਹ ਆਪ ਵੀ ਕੰਮ ਸਿੱਖ ਜਾਂਦਾ ਹੈ, ਕਰੰਡੀ ਚੱਕ ਲੈਂਦਾ ਤੇ ਆਪ ਰਾਜ ਮਿਸਤਰੀ ਵਜੋਂ ਕੰਮ ਕਰਨ ਲੱਗ ਜਾਂਦਾ। ਪਰ ਉਹਨਾਂ ਦੀ ਜਿਹੜੀ ਇਕਨੋਮਿਕ ਕੰਡੀਸ਼ਨ ਹੈ, ਉਹਨਾਂ ਦੀ ਆਰਥਿਕ ਹਾਲਤ ਹੈ, ਉਹ ਕੋਈ ਬਹੁਤੀ ਵਧੀਆ ਨਹੀਂ ਹੈਗੀ ਹੈ ਨਾ। ਤਾਂ ਜਿਹੜਾ ਗੇਜਾ ਹੈ ਉਹਦੇ ਬਾਵਜੂਦ ਵੀ ਆਪਣੀ ਪਤਨੀ ਨੂੰ ਉਹ ਲੈ ਕੇ ਜਾਂਦਾ ਹੈਗਾ ਸ਼ਹਿਰ ਦੇ ਵਿੱਚ ਉਹਦਾ ਟੈਸਟ ਵਗੈਰਾ ਕਰਵਾਉਂਦਾ, ਉਹਦੀ ਮੈਡੀਸਨ ਵਗੈਰਾ ਲੈਂਦਾ ਹੈਗਾ ਹੈ ਨਾ। ਤਾਂ ਮਤਲਬ ਉਹਨੂੰ ਇਹ ਬਹੁਤ ਮਹਿੰਗਾ ਲੱਗਦਾ ਹੈ ਕਿ ਬਈ ਇਹ ਮਤਲਬ ਮੇਰੇ ਵਿੱਤ 'ਚ ਨਹੀਂ ਹੈਗਾ, ਉਹਨੂੰ ਇਹ ਜਿਹੜਾ ਇਲਾਜ ਉਹਦੇ ਵਾਸਤੇ ਉਹਨੂੰ ਇਹ ਮਹਿੰਗਾ ਲੱਗਦਾ ਹੈਗਾ। ਤੀਜੀ ਜਿਹੜੀ ਕੇਸ ਸਟੱਡੀ ਹੈਗੀ ਹੈ ਉਹ ਹੈਗੀ ਹੈ ਕਰਮੋ ਦੀ, ਜਿਹੜੀ ਕਿ ਇੱਕ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਕਰਮੋ ਮਨਰੇਗਾ ਸਕੀਮ ਦੇ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕਰਦੀ ਹੈ ਤੇ ਉਹਦਾ ਜਿਹੜਾ ਪਤੀ ਹੈ ਜਾਗਰ, ਉਹ ਪਹਿਲਾਂ ਸੀਰੀ ਰਲਦਾ ਰਿਹਾ ਹੈਗਾ, ਖੇਤ ਮਜ਼ਦੂਰ ਰਿਹਾ ਹੈਗਾ। ਤਾਂ ਇਹ ਦੋਨੋਂ ਬਜ਼ੁਰਗ ਨੇ, ਬਾਲ ਬੱਚਾ ਇਹਨਾਂ ਦੇ ਕੋਈ ਹੈ ਨਹੀਂ। ਤਾਂ ਜਿਹੜੀ ਬਹੁਤ ਜ਼ਿਆਦਾ ਜਦੋਂ ਸ਼ਿਕਾਇਤ ਹੁੰਦੀ ਹੈ ਕਰਮੋ ਨੂੰ, ਤਾਂ ਉਦੋਂ ਇਹ ਮਨਰੇਗਾ ਸਕੀਮ ਦੇ ਅਧੀਨ ਸੜਕ ਦੇ ਕਿਨਾਰੇ ਇਹ ਕੰਮ ਕਰ ਰਹੇ ਹੁੰਦੇ ਨੇ। ਤਾਂ ਉੱਥੇ ਇਹਦੇ ਲੱਕ ਦੇ ਵਿੱਚ ਇੰਨੀ ਜ਼ਿਆਦਾ ਪੀੜ ਹੁੰਦੀ ਹੈ ਕਿ ਇਹਦੇ ਤੋਂ ਉੱਠਿਆ ਵੀ ਨਹੀਂ ਜਾਂਦਾ ਹੈਗਾ। ਜਿਹੜਾ ਉਹਨਾਂ ਦਾ ਹੈੱਡ ਹੈ ਮਨਰੇਗਾ ਵਾਲਿਆਂ ਦਾ, ਉਹ ਇਸ ਗੱਲ ਨੂੰ ਲੈ ਕੇ ਉਹਦੇ ਨਾਲ ਝੜਪ ਵੀ ਹੁੰਦੀ ਹੈ ਕਰਮੋ ਨਾਲ ਕਿ ਵੀ ਜੇ ਤੇਥੋਂ ਕੰਮ ਨਹੀਂ ਹੁੰਦਾ ਤਾਂ ਤੂੰ ਕਿਉਂ ਆਉਣੀ ਹੈਗੀ ਆ ਹੈ ਨਾ, ਕਿਉਂਕਿ ਜਿਹੜੇ ਉੱਪਰ ਵਾਲੇ ਨੇ ਉਹ ਮੈਨੂੰ ਡਾਂਟਣਗੇ ਕਿ ਕੰਮ ਨਹੀਂ ਹੋ ਰਿਹਾ। ਤਾਂ ਕਰਮੋ ਜਿਸ ਢੰਗ ਦੇ ਨਾਲ ਕਰਮੋ ਦੀ ਉਸ ਵਕਤ ਉਹ ਰਿਐਕਟ ਕਰ ਰਹੀ ਹੈਗੀ ਹੈ ਨਾ ਉਸ ਪੀੜ ਕਰਕੇ, ਤਾਂ ਜਿਹੜਾ ਉਹ ਹੈੱਡ ਹੈ ਉਹ ਹੈੱਡ ਨੂੰ ਵੀ ਇਹ ਲੱਗਦਾ ਹੈਗਾ ਕਿ ਵੀ ਹਾਂ ਸੱਚੀ ਕੋਈ ਬਹੁਤ ਵੱਡੀ ਬਿਮਾਰੀ ਹੈਗੀ ਹੈ ਨਾ। ਤਾਂ ਇਹਨਾਂ ਦੇ ਘਰ ਵੀ ਇਹੀ ਸਮੱਸਿਆ ਹੈਗੀ ਹੈ ਕਿ ਥੋੜ੍ਹੀ ਹੋਈ ਆਰਥਿਕਤਾ, ਉਹਦੇ ਕਰਕੇ ਇਹਨਾਂ ਨੂੰ ਵੀ ਜਿਹੜਾ ਇਲਾਜ ਕਰਵਾਉਣਾ ਹੈ ਨਾ ਉਸ ਬਿਮਾਰੀ ਦਾ ਉਹ ਔਖਾ ਲੱਗਦਾ ਹੈਗਾ। ਅਗਲੀ ਜਿਹੜੀ ਕੇਸ ਸਟੱਡੀ ਹੈ ਪਿਆਰੇ ਵਿਦਿਆਰਥੀਓ, ਉਹ ਰਣਧੀਰ ਸਿੰਘ ਦੀ ਹੈ। ਰਣਧੀਰ ਸਿੰਘ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਥੋੜ੍ਹਾ ਬਹੁਤਾ ਰੱਜਿਆ ਪੁੱਜਿਆ ਬੰਦਾ ਹੈਗਾ, ਕਿਉਂਕਿ ਮਾਸਟਰ ਰਿਟਾਇਰ ਹੋਇਆ ਹੈਗਾ ਰਣਧੀਰ ਸਿੰਘ। ਇਸ ਵਕਤ ਇਹ ਦਿੱਲੀ ਦੇ ਇੱਕ ਹਸਪੀਟਲ ਦੇ ਵਿੱਚ ਐਡਮਿਟ ਹੈ ਤੇ ਇਹਦਾ ਇੱਕ ਮੁੰਡਾ ਹੈਗਾ, ਉਹ ਬਾਹਰਲੇ ਮੁਲਕ ਤੋਂ ਆਇਆ ਹੋਇਆ ਹੈ ਨਾ ਆਪਣੇ ਫਾਦਰ ਕੋਲੇ। ਤਾਂ ਉਹ ਮੁੰਡਾ ਜਿਹੜਾ ਹੈ ਕਿਉਂਕਿ ਬਾਹਰ ਗਿਆ ਹੋਇਆ, ਉਹਦੇ ਕੋਲੇ ਪੈਸੇ ਹੈਗੇ ਨੇ, ਇਸ ਕਰਕੇ ਉਹਨੂੰ ਇਹ ਲੱਗਦਾ ਹੈਗਾ ਕਿ ਬਈ ਕਿਸੇ ਵੀ ਢੰਗ ਦੇ ਨਾਲ ਜਿਹੜਾ ਮੇਰਾ ਪਿਤਾ ਹੈ ਰਣਧੀਰ ਸਿੰਘ, ਉਹਨਾਂ ਦੀ ਜਾਨ ਬਚਣੀ ਚਾਹੀਦੀ ਹੈਗੀ, ਪੈਸਿਆਂ ਦੀ ਕੋਈ ਪਰਵਾਹ ਨਹੀਂ ਹੈਗੀ ਹੈ ਨਾ। ਪਰ ਜਿਹੜੇ ਡਾਕਟਰ ਨੇ ਉਹ ਕਹਿ ਦਿੰਦੇ ਨੇ ਕਿ ਭਈ ਇਹਨੂੰ ਫੇਫੜਿਆਂ ਦਾ ਕੈਂਸਰ ਹੈ ਤੇ ਹੁਣ ਲਾਸਟ ਸਟੇਜ 'ਤੇ ਹੈਗੇ ਆ, ਇਸ ਸਟੇਜ 'ਤੇ ਅਸੀਂ ਇਹਨੂੰ ਬਚਾ ਨਹੀਂ ਸਕਦੇ ਹੈਗੇ। ਤਾਂ ਉਹਦੇ ਕੋਲੇ ਪੈਸਾ ਹੋਣ ਦੇ ਬਾਵਜੂਦ ਵੀ ਉਹਦੇ ਜਿਹੜੀ ਪੱਲੇ ਹੈਗੀ ਹੈ ਨਿਰਾਸ਼ਾ ਪੈਂਦੀ ਹੈਗੀ ਹੈ। ਅਮਨ ਤੇ ਅਮਨ ਦਾ ਦੋਸਤ ਜਰਨੈਲ ਉਹ ਉੱਥੇ ਦਿੱਲੀ ਹੈਗੇ ਨੇ ਤੇ ਉਹ ਸੁੱਖੀ ਦੇ ਨਾਲ ਗੱਲ ਕਰਦੇ ਨੇ। ਸੁੱਖੀ ਰਣਧੀਰ ਸਿੰਘ ਦਾ ਮੁੰਡਾ ਹੈਗਾ, ਜਿਹੜਾ ਜਰਨੈਲ ਹੈ ਉਹ ਮਾਸਟਰ ਰਣਧੀਰ ਸਿੰਘ ਦਾ ਦੋਸਤ ਰਿਹਾ
ਕਿਸੇ ਵੇਲੇ, ਹੈ ਨਾ। ਤੇ ਹੁਣ ਇਸ ਵਕਤ ਉਹ ਜਿਹੜਾ ਉਹਦਾ ਬੇਟਾ ਹੈ ਸੁੱਖੀ, ਉਹਦਾ ਵੀ ਦੋਸਤ ਹੈਗਾ, ਤਾਂ ਉਹ ਅਮਨ ਨੂੰ ਲੈ ਕੇ ਆਉਂਦਾ ਹੈਗਾ ਉੱਥੇ ਦਿੱਲੀ ਹਸਪੀਟਲ ਦੇ ਵਿੱਚ, ਤਾਂ ਕਿ ਜਿਹੜੀ ਉਹਦੀ ਕੇਸ ਸਟੱਡੀ ਹੈਗੀ ਹੈ, ਜਿਹੜਾ ਪ੍ਰੋਜੈਕਟ ਉਹ ਕਰ ਰਿਹਾ, ਉਸ ਪ੍ਰੋਜੈਕਟ ਨਾਲ ਸੰਬੰਧਿਤ ਕੋਈ ਜਿਹੜਾ ਡਾਟਾ ਹੈਗਾ ਉਹਨਾਂ ਨੂੰ ਉੱਥੋਂ ਮਿਲ ਜਾਵੇ, ਹੈ ਨਾ। ਤਾਂ ਸੁੱਖੀ ਜਿਹੜਾ ਜਦੋਂ ਜਵਾਬ ਦੇ ਦਿੰਦੇ ਨੇ ਹਸਪੀਟਲ ਵਾਲੇ, ਤਾਂ ਸੁੱਖੀ ਆਪਣੇ ਫਾਦਰ ਨੂੰ ਐਂਬੂਲੈਂਸ ਦੇ ਵਿੱਚ ਆਪਾਂ ਕਹਿ ਸਕਦੇ ਹੈਗੇ ਆ ਕਿ ਉਹ ਵਾਪਸ ਲੈ ਆਉਂਦਾ ਹੈਗਾ ਆਪਣੇ ਪਿੰਡ ਦੇ ਵਿੱਚ, ਹੈ ਨਾ। ਇਹਦੇ ਵਿੱਚ ਅਮਨ ਜਿਹੜਾ ਮੁੱਖ ਪਾਤਰ ਹੈ, ਉਹਦੀ ਇੱਕ ਦੋਸਤ ਹੈ ਨਾ, ਮਹਿਬੂਬ ਵੀ ਕਹਿ ਸਕਦੇ ਹੈਗੇ ਆ, ਉਹਦਾ ਨਾਮ ਹਰਮਨ ਹੈ। ਹਰਮਨ ਜਿਹੜੀ ਕਿ ਇਸ ਵਕਤ ਚੰਡੀਗੜ੍ਹ ਦੇ ਵਿੱਚ ਪੜ੍ਹ ਰਹੀ ਹੈ, ਚੰਡੀਗੜ੍ਹ ਜਿਹੜੀ ਯੂਨੀਵਰਸਿਟੀ ਹੈਗੀ ਹੈ ਉਹਦੇ ਵਿੱਚ ਉਹ ਪੜ੍ਹ ਰਹੀ ਹੈਗੀ ਹੈ। ਉਹ ਅਮਨ ਦੇ ਨਾਲ ਨਾਰਾਜ਼ ਇਸ ਕਰਕੇ ਹੈਗੀ ਹੈ ਕਿ ਅਮਨ ਆਪਣਾ ਪ੍ਰੋਜੈਕਟ ਪੂਰਾ ਕਰਨ ਵਾਸਤੇ ਮਾਲਵੇ ਦੇ ਪਿੰਡਾਂ ਦੇ ਵਿੱਚ ਜਾਂਦਾ, ਤੇ ਉੱਥੇ ਜਾ ਕੇ ਉਹ ਇੰਨਾ ਖਚਤ ਹੋ ਗਿਆ ਕਿ ਉਹ ਹਰਮਨ ਨੂੰ ਭੁੱਲ ਗਿਆ, ਉਹਦੇ ਨਾਲ ਫੋਨ ਤੇ ਉਸ ਢੰਗ ਨਾਲ ਗੱਲਬਾਤ ਨਹੀਂ ਕਰਦਾ ਹੈਗਾ, ਉਹਨੂੰ ਮਿਲਦਾ ਨਹੀਂ ਹੈਗਾ। ਤਾਂ ਅਮਨ ਜਦੋਂ ਉਹਨੂੰ ਮਿਲਣ ਵਾਸਤੇ ਚੰਡੀਗੜ੍ਹ ਜਾਂਦਾ ਹੈ, ਤਾਂ ਇਹ ਸੁਖਨਾ ਲੇਕ ਦੇ ਕਿਨਾਰੇ ਬੈਠੇ ਹੈਗੇ ਨੇ, ਉੱਥੇ ਜਿਹੜੀ ਗੱਲਬਾਤ ਹੁੰਦੀ ਹੈ, ਉਹ ਗੱਲਬਾਤ ਦੇ ਵਿੱਚ ਉਹਦੀ ਨਾਰਾਜ਼ਗੀ ਜ਼ਾਹਰ ਹੁੰਦੀ ਹੈ ਹਰਮਨ ਦੀ। ਤਾਂ ਅਮਨ ਇਹ ਕਹਿੰਦਾ ਹੈ ਕਿ ਬਈ ਮਤਲਬ ਜੇ ਤਾਂ ਮੈਂ ਡੰਗ ਹੀ ਸਾਰਨਾ ਹੈਗਾ, ਹੈ ਨਾ, ਤਾਂ ਫਿਰ ਤਾਂ ਮੈਂ ਮਤਲਬ ਘਰੇ ਬਹਿ ਕੇ ਵੀ ਕੰਮ ਕਰ ਸਕਦਾ ਹੈਗਾ, ਇੱਥੇ ਚੰਡੀਗੜ੍ਹ ਰਹਿ ਕੇ ਵੀ ਕੰਮ ਕਰ ਸਕਦਾ, ਪਰ ਜੇ ਮੈਂ ਇਹ ਸਾਰੇ ਕਾਸੇ ਤੋਂ ਪਰਦਾ ਲਾਉਣਾ ਹੈਗਾ, ਜੋ ਅਸਲ ਸੱਚ ਹੈ ਉਹਨੂੰ ਮੈਂ ਸਾਹਮਣੇ ਲੈ ਕੇ ਆਉਣਾ, ਤਾਂ ਮੈਨੂੰ ਉਹਦੇ ਵਾਸਤੇ ਮਾਲਵੇ ਦੇ ਪਿੰਡਾਂ ਦੇ ਵਿੱਚ ਜਾਣਾ ਪਊਗਾ, ਉਹਨਾਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਪੈਣਗੀਆਂ, ਜੋ ਅਸਲ ਤੱਥ ਹੈਗੇ ਨੇ ਉਹ ਪੇਸ਼ ਕਰਨ ਵਾਸਤੇ ਮੈਨੂੰ ਇਹ ਹਿੱਲਾ ਵਸੀਲਾ ਕਰਨਾ ਹੀ ਪਊਗਾ। ਹਰਮਨ ਇਸ ਗੱਲ ਨੂੰ ਲੈ ਕੇ ਉਹਦੇ ਨਾਲ ਆਪਾਂ ਕਹਿ ਸਕਦੇ ਹੈਗੇ ਆ ਕਿ ਖਫਾ ਹੁੰਦੀ ਹੈਗੀ ਆ। ਉਹ ਕਹਿੰਦੀ ਹੈ ਕਿ ਵੀ ਤੂੰ ਨਿਬੇੜ ਕੇ ਪਰਾਂ ਕਰ, ਤੂੰ ਇਹੋ ਜਿਹੇ ਟੰਟੇ ਦੇ ਵਿੱਚ ਕਾਹਨੂੰ ਪੈਂਦਾ ਹੈਗਾ। ਤਾਂ ਅਮਨ ਕਹਿੰਦਾ ਕਿ ਬਈ ਮੈਂ ਜਿਹੜੇ ਲੋਕਾਂ ਦੇ ਨਾਲ ਮੈਂ ਗੱਲਬਾਤ ਕੀਤੀ ਹੈਗੀ ਹੈ, ਜਿਹੜੇ ਕੈਂਸਰ ਰੋਗੀ ਨੇ, ਹੈ ਨਾ, ਉਹ ਕਹਿੰਦਾ ਕਿ ਵੀ ਮੈਨੂੰ ਉਹ ਆਪਣੇ ਪਰਿਵਾਰ ਵਰਗੇ ਜਾਪਣ ਲੱਗ ਗਏ। ਜਿਵੇਂ ਨਿਰਮਲ ਕਹਿੰਦਾ ਮੈਨੂੰ ਛੋਟੀ ਮੇਰੀ ਭੈਣ ਵਰਗੀ ਲੱਗਦੀ ਹੈਗੀ ਹੈ, ਹੈ ਨਾ। ਕਰਮੋ ਜਿਹੜੀ ਹੈ ਉਹ ਮੈਨੂੰ ਮੇਰੀ ਮਾਂ ਵਰਗੀ ਜਾਪਦੀ ਹੈਗੀ ਹੈ। ਬੰਸੋ ਜਿਹੜੀ ਹੈ ਉਹ ਮੈਨੂੰ ਮੇਰੇ ਪਰਿਵਾਰ ਦੇ ਮੈਂਬਰਾਂ ਵਰਗੀ ਹੀ ਲੱਗਦੀ ਹੈਗੀ ਹੈ। ਅਤੇ ਮੈਨੂੰ ਮਤਲਬ ਮੈਂ ਇਹਨਾਂ ਨੂੰ ਐਂ ਛੱਡ ਕੇ ਨਹੀਂ ਆ ਸਕਦਾ ਹੈਗਾ, ਹੈ ਨਾ। ਮੇਰੇ ਇੱਕ ਭਾਵੁਕਤਾ ਹੋਣ ਦੇ ਨਾਤੇ, ਇਨਸਾਨੀਅਤ ਦੇ ਨਾਤੇ ਮੈਂ ਉਹਨਾਂ ਦੇ ਨਾਲ ਜੁੜਿਆ ਹੋਇਆ, ਅਤੇ ਮੈਂ ਮਤਲਬ ਮੈਂ ਇਹੋ ਕਰ ਸਕਦਾ ਹੈਗਾ ਕਿ ਜੋ ਉਹਨਾਂ ਦੀਆਂ ਦੁੱਖ ਤਕਲੀਫਾਂ ਹੈਗੀਆਂ ਨੇ ਮੈਂ ਉਹਨਾਂ ਨੂੰ ਇਸ ਜੱਗ ਦੇ ਸਾਹਮਣੇ ਲੈ ਕੇ ਆਵਾਂ, ਤਾਂ ਕਿ ਇਸ ਸਟੱਡੀ ਦੇ ਆਧਾਰ 'ਤੇ ਇਹ ਜਿਹੜੇ ਪ੍ਰੋਜੈਕਟ ਹੈ ਇਹਦੇ ਆਧਾਰ 'ਤੇ ਅੱਗੇ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਹੈਗੇ ਅੱਗੇ ਦੇ ਜਿਹੜੇ ਪ੍ਰੋਜੈਕਟ ਨੇ, ਜਾਂ ਜਿਹੜੀਆਂ ਅੱਗੇ ਦੀ ਕਿਸੇ ਵੀ ਚੀਜ਼ ਨੂੰ ਨਜਿੱਠਣ ਵਾਸਤੇ ਜਿਹੜੇ ਕਾਰਜ ਹੈਗੇ ਨੇ ਉਹ ਕੀਤੇ ਜਾ ਸਕਣ, ਹੈ ਨਾ। ਇਸ ਗੱਲ ਨੂੰ ਲੈ ਕੇ ਇਹਨਾਂ ਦੋਹਾਂ ਦੇ ਵਿੱਚ ਤਕਰਾਰ ਰਹਿੰਦੀ ਹੈਗੀ ਹੈ। ਜਿਹੜਾ ਇਹਦਾ ਦੋਸਤ ਹੈ ਜਰਨੈਲ ਅਮਨ ਦਾ, ਉਹ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਰੱਬੀ ਸਬੱਬੀ ਹੀ ਅਮਨ ਨੂੰ ਉਹ ਮਿਲਿਆ ਸੀ। ਕਿ ਅਮਨ ਤਲਵੰਡੀ ਸਾਬੋ ਦੇ ਵਿੱਚ ਇੱਕ ਇੰਸਟੀਟਿਊਸ਼ਨ ਹੈਗੀ ਯਾਦਵਿੰਦਰਾ, ਉਹਦੇ ਬਾਹਰ ਇੱਕ ਢਾਬੇ 'ਤੇ ਬੈਠਾ ਚਾਹ ਪੀ ਰਿਹਾ ਸੀ, ਨਿਰਾਸ਼ ਸੀ, ਕਿਉਂਕਿ ਉਹ ਮਾਲਵੇ ਦੇ ਪਿੰਡਾਂ ਬਾਰੇ ਜਾਣਦਾ ਨਹੀਂ ਸੀ, ਉੱਥੋਂ ਲੋਕਾਂ ਨੂੰ ਨਹੀਂ ਜਾਣਦਾ ਸੀ। ਇਸ ਕਰਕੇ ਜਿਹੜੀ ਉਹ ਕੇਸ ਸਟੱਡੀ ਕਰ ਰਿਹਾ ਸੀ, ਉਹ ਕੇਸ ਸਟੱਡੀ ਉਹਨੂੰ ਲੱਗ ਰਿਹਾ ਸੀ ਕਿ ਵੀ ਮੈਂ ਪੁੱਠਾ ਪੰਗਾ ਲੈ ਲਿਆ, ਇਹ ਮੈਥੋਂ ਪੂਰੀ ਨਹੀਂ ਹੋਣੀ ਹੈਗੀ, ਹੈ ਨਾ। ਤਾਂ ਉਦੋਂ ਹੀ ਜਰਨੈਲ ਆਉਂਦਾ। ਜਰਨੈਲ ਉਹਨੂੰ ਨਿਰਾਸ਼ ਹੋਇਆ ਦੇਖ ਕੇ ਉਹਦੇ ਤੋਂ ਪੁੱਛਦਾ ਕਿ ਵੀ ਕੀ ਹੋ ਗਿਆ। ਉਹ ਦੱਸਦਾ ਕਿ ਵੀ ਮੈਂ ਕਰਕੇ ਕੈਂਸਰ ਦੇ ਜਿਹੜੇ ਰੋਗੀ ਹੈਗੇ ਨੇ ਉਹਨਾਂ 'ਤੇ ਮੈਂ ਪ੍ਰੋਜੈਕਟ ਕਰ ਰਿਹਾ, ਪਰ ਮੈਨੂੰ ਕੋਈ ਲੱਭ ਨਹੀਂ ਰਿਹਾ, ਮੈਨੂੰ ਥੋ ਪਤਾ ਨਹੀਂ ਕੋਈ ਮਿਲ ਰਿਹਾ, ਮੈਨੂੰ ਕੋਈ ਸਿਰਾ ਨਹੀਂ ਲੱਭ ਰਿਹਾ। ਤਾਂ ਜਰਨੈਲ ਕਹਿੰਦਾ ਕਿ ਵੀ ਕੋਈ ਗੱਲ ਨਹੀਂ, ਇਹ ਕੰਮ ਦੇ ਵਿੱਚ ਮੈਂ ਤੇਰੀ ਮਦਦ ਕਰੂੰਗਾ, ਜਿੱਥੇ ਤੂੰ ਮੈਨੂੰ ਕਹੇਂਗਾ, ਹੈ ਨਾ, ਮੈਂ ਤੇਰੇ ਨਾਲ ਚੱਲੂੰਗਾ। ਆਪਾਂ ਮਤਲਬ ਦੋਨੋਂ ਰਲ ਕੇ ਜਿਹੜਾ ਹੈ ਇਸ ਤੇਰੀ ਜਿਹੜਾ ਇਹ ਪ੍ਰੋਜੈਕਟ ਹੈਗਾ ਇਹਨੂੰ ਆਪਾਂ ਨੇਪਰੇ ਚੜਾਂਗੇ। ਤਾਂ ਇਸ ਗੱਲ ਨੂੰ ਲੈ ਕੇ ਅਮਨ ਖੁਸ਼ ਹੁੰਦਾ, ਅਤੇ ਉਹਨੂੰ ਜਦੋਂ ਜਰਨੈਲ ਦੇ ਨਾਲ ਉਹ ਤੁਰਦਾ ਫਿਰਦਾ ਵਿਚਰਦਾ ਲੋਕਾਂ ਦੇ ਵਿੱਚ ਜਾਂਦਾ ਹੈਗਾ, ਤਾਂ ਉਹਨੂੰ ਲੱਗਣ ਲੱਗ ਜਾਂਦਾ ਕਿ ਵੀ ਹਾਂ ਹੁਣ ਮੇਰਾ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਪੂਰਾ ਹੋ ਸਕਦਾ ਹੈਗਾ, ਹੈ ਨਾ। ਜਰਨੈਲ ਬਹੁਤ ਵਧੀਆ ਢੰਗ ਦੇ ਨਾਲ ਉਹਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਖੜਦਾ ਹੈ, ਉਹਦੇ ਨਾਲ ਤੁਰਦਾ ਹੈਗਾ, ਅਤੇ ਉਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਪੂਰਾ ਸਹਿਯੋਗ ਦਿੰਦਾ ਹੈਗਾ। ਜਰਨੈਲ ਜਿਹੜਾ ਹੈ ਇਹਦੀ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਇੱਕ ਫਰੈਂਡ ਸੀ ਕਾਲਜ ਵੇਲੇ, ਜਦੋਂ ਇਹ ਇਕੱਠੇ ਪੜ੍ਹਦੇ ਹੁੰਦੇ ਸੀ, ਹੈ ਨਾ। ਉਹ ਫਰੈਂਡ ਦੀ ਡੈਥ ਹੋ ਜਾਂਦੀ ਹੈ ਰੀਸੈਂਟਲੀ, ਪਾਲੀ ਉਹਦਾ ਨਾਮ ਹੈ, ਅਤੇ ਉਹਦੀ ਡੈਥ ਵੀ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਕੈਂਸਰ ਕਰਕੇ ਹੀ ਹੁੰਦੀ ਹੈਗੀ ਆ। ਤਾਂ ਜਰਨੈਲ ਨੂੰ ਇਹ ਜਿਹੜੀ ਮੌਤ ਹੈ ਪਾਲੀ ਦੀ, ਹੈ ਨਾ, ਇਹ ਹਿਲਾ ਦਿੰਦੀ ਹੈ। ਉਹ ਕਹਿੰਦਾ ਕਿ ਵੀ ਪਤਾ ਮੈਨੂੰ ਪਹਿਲਾਂ ਵੀ ਹੈਗਾ ਸੀ, ਪਰ ਕਿਉਂਕਿ ਹੁਣ ਉਹ ਚਲੀ ਗਈ ਹੈ, ਹੈ ਨਾ, ਤਾਂ ਮੈਂ ਇਸ ਗੱਲ ਨੂੰ ਲੈ ਕੇ ਬਹੁਤ ਦੁਖੀ ਹਾਂ, ਪਰੇਸ਼ਾਨ ਹਾਂ। ਤਾਂ ਉਹਦੇ ਅੰਦਰ ਹੋਰ ਜਜ਼ਬਾ ਪੈਦਾ ਹੁੰਦਾ ਕਿ ਵੀ ਇਹ ਜਿਹੜੀ ਅਮਨ ਜਿਹੜਾ ਕੰਮ ਕਰ ਰਿਹਾ ਹੈ ਇਹ ਕਿਸੇ ਵੀ ਹਿੱਲੇ ਵਸੀਲੇ ਇਹ ਪੂਰਾ ਹੋਣਾ ਹੀ ਚਾਹੀਦਾ ਹੈਗਾ। ਅੱਗੇ ਜਦੋਂ ਗੱਲ ਵੱਧਦੀ ਹੈਗੀ ਆ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇੱਕ ਜਗ੍ਹਾ ਹੈ ਨਾ ਪਿੰਡਾਂ ਦੇ ਵਿੱਚ, ਉਹ ਉੱਥੇ
ਜਿਹੜੇ ਕੈਂਸਰ ਨਾਲ ਜੁੜੇ ਹੋਏ ਰੋਗੀ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ ਨਾ, ਪਰਿਵਾਰਾਂ ਨੂੰ ਬੁਲਾਇਆ ਗਿਆ ਕਾਹਦੇ ਵਾਸਤੇ ਕਿ ਵੀ ਉਹਨਾਂ ਨੂੰ ਸਰਕਾਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਇਮਦਾਦ ਆਰਥਿਕ ਰੂਪ ਦੇ ਵਿੱਚ ਹੈ ਨਾ ਚੈੱਕ ਵੰਡੇ ਜਾਣੇ ਹੈਗੇ ਨੇ। ਪਰ ਹੁੰਦਾ ਇਹ ਹੈ ਕਿ ਲੋਕ ਉੱਥੇ ਬੈਠੇ ਨੇ ਹੈ ਨਾ, ਤਾਂ ਇਹ ਪਤਾ ਲੱਗਦਾ ਹੈ ਕਿ ਵੀ ਜਿਹੜੇ ਮੰਤਰੀ ਸਾਹਿਬਾਂ ਨੇ ਆ ਕੇ ਆਪਣੇ ਹੱਥੀਂ ਚੈੱਕ ਵੰਡਣੇ ਹੈਗੇ ਨੇ ਹੈ ਨਾ, ਉਹ ਮੰਤਰੀ ਸਾਹਿਬਾ ਜਿਹੜੇ ਨੇ ਉਹਨਾਂ ਦਾ ਅੱਜ ਕੋਈ ਜਨਮ ਦਿਨ ਹੈਗਾ, ਲੇਟ ਫੇਟ ਆਉਣਗੇ ਹੈ ਨਾ, ਅਖੀਰ ਤੇ ਆ ਕੇ ਇਹ ਹੁੰਦਾ ਕਿ ਉਹ ਕਹਿੰਦੇ ਨੇ ਕਿ ਵੀ ਉਹਨੇ ਅੱਜ ਆਉਣਾ ਹੀ ਨਹੀਂ ਹੈਗਾ ਹੈ ਨਾ। ਤਾਂ ਲੋਕਾਂ ਦੇ ਵਿੱਚ ਇਸ ਗੱਲ ਦਾ ਬੜਾ ਰੋਸ ਹੁੰਦਾ ਹੈ। ਉਹ ਕਹਿੰਦੇ ਕਿ ਵੀ ਸਰਕਾਰ ਵੱਲੋਂ ਸਾਨੂੰ ਪੈਸਾ ਮਿਲਣਾ, ਸਾਨੂੰ ਪੈਸੇ ਦੀ ਲੋੜ ਹੈ, ਆਰਥਿਕ ਇਮਦਾਦ ਦੀ ਲੋੜ ਹੈਗੀ ਹੈ। ਇਹ ਵਿੱਚ ਵਾਧੂ ਦੇ ਵਿਚੋਲੀਏ ਜਿਹੜੇ ਨੇ ਬਣ ਰਹੇ ਨੇ ਹੈ ਨਾ, ਮਤਲਬ ਜਸਟ ਇਹਦੇ ਵਾਸਤੇ ਕਿ ਵੀ ਹਾਂ ਸਾਡਾ ਫੇਮ ਹੋਊਗਾ, ਸਾਨੂੰ ਮੀਡੀਆ ਸਾਨੂੰ ਕਵਰੇਜ ਦੇਊਗਾ, ਤਾਂ ਉਹ ਮੰਤਰੀ ਆਪਣੇ ਹੱਥਾਂ ਰਾਹੀਂ ਉਹਨਾਂ ਨੂੰ ਚੈੱਕ ਦੇਣਾ ਚਾਹੁੰਦੇ ਨੇ। ਲੋਕ ਇਸ ਗੱਲ ਨੂੰ ਲੈ ਕੇ ਬੜੇ ਮਤਲਬ ਪਰੇਸ਼ਾਨ ਹੁੰਦੇ ਹੈਗੇ ਨੇ ਕਿ ਵੀ ਜੇ ਸਾਨੂੰ ਹੁਣ ਟਾਈਮ ਸਿਰ ਜਿਹੜੀ ਆਰਥਿਕ ਇਮਦਾਦ ਮਿਲ ਜੇ ਤਾਂ ਹੋ ਸਕਦਾ ਹੈਗਾ ਕਿ ਅਸੀਂ ਆਪਣਾ ਜਿਹੜੇ ਪਰਿਵਾਰ ਜਿਨ੍ਹਾਂ ਦੇ ਵਿੱਚ ਮਤਲਬ ਕੋਈ ਰੋਗੀ ਹੈ ਨਾ ਕੈਂਸਰ ਦਾ, ਉਹ ਅਸੀਂ ਉਹਨੂੰ ਸਹੀ ਟਾਈਮ 'ਤੇ ਅਸੀਂ ਉਹਦਾ ਟਰੀਟਮੈਂਟ ਕਰਵਾ ਸਕਦੇ ਹੈਗੇ ਹੈ ਨਾ। ਪਰ ਹੁੰਦਾ ਇਹ ਹੈਗਾ ਕਿ ਉਹ ਲੋਕਾਂ ਨੂੰ ਉੱਥੋਂ ਨਿਰਾਸ਼ ਮੁੜਨਾ ਪੈਂਦਾ ਕਿ ਉਹ ਕਹਿੰਦੇ ਵੀ ਅਗਲੀ ਵਾਰੀ ਜਦੋਂ ਪ੍ਰੋਗਰਾਮ ਰੱਖਾਂਗੇ ਉਦੋਂ ਮੰਤਰੀ ਸਾਹਿਬਾ ਆ ਕੇ ਤੁਹਾਨੂੰ ਚੈੱਕ ਦੇਣਗੇ। ਜਿਹੜਾ ਗੇਜਾ ਹੈ ਉਹ ਆਪਣੀ ਪਤਨੀ ਬੰਸੋ ਨੂੰ ਲੈ ਕੇ, ਹਾਲਾਂਕਿ ਉਹਨਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਹੈਗੀ ਹੈ, ਉਹਦੇ ਬਾਵਜੂਦ ਵੀ ਉਹ ਆਪਣੀ ਪਤਨੀ ਬੰਸੋ ਨੂੰ ਲੈ ਕੇ ਬੀਕਾਨੇਰ ਦੇ ਹੌਸਪੀਟਲ ਦੇ ਵਿੱਚ ਜਾਂਦਾ ਹੈਗਾ। ਬੀਕਾਨੇਰ ਦੇ ਹੌਸਪੀਟਲ ਨੂੰ ਜਾਣ ਵਾਸਤੇ ਬਠਿੰਡੇ ਤੋਂ ਇੱਕ ਆਪਾਂ ਕਹਿ ਸਕਦੇ ਹੈਗੇ ਕਿ ਬਠਿੰਡੇ ਤੋਂ ਇੱਕ ਟ੍ਰੇਨ ਤੁਰਦੀ ਹੈਗੀ ਹੈ ਨਾ, ਰਾਤ ਨੂੰ 9 ਵਜੇ। ਉਹ ਟ੍ਰੇਨ ਜਿਹੜੀ ਹੈ ਉਹਦਾ ਨਾਮ ਹੀ ਕੈਂਸਰ ਟ੍ਰੇਨ ਪੈ ਗਿਆ। ਉਸ ਟ੍ਰੇਨ ਦਾ ਨਾਮ ਕੈਂਸਰ ਟ੍ਰੇਨ ਇਸ ਕਰਕੇ ਪਿਆ ਕਿਉਂਕਿ ਉਹ ਟ੍ਰੇਨ ਦੇ ਵਿੱਚ ਜਿਹੜੇ ਯਾਤਰੀ ਨੇ ਉਹਨਾਂ ਚੋਂ ਜਿਹੜੀ ਬਹੁਤਾਤ ਹੈ ਯਾਤਰੀਆਂ ਦੀ, ਉਹ ਉਹਨਾਂ ਦੀ ਹੈ ਜਿਹੜੇ ਕਿ ਕੈਂਸਰ ਦੇ ਰੋਗੀ ਨੇ ਜਾਂ ਜਿਹੜੇ ਕੈਂਸਰ ਰੋਗੀਆਂ ਦੇ ਨਾਲ ਉਹਨਾਂ ਦੇ ਘਰ ਦੇ ਨੇ, ਰਿਸ਼ਤੇਦਾਰ ਹੈਗੇ ਨੇ ਹੈ ਨਾ। ਤਾਂ ਮਤਲਬ ਇੰਨੀ ਜ਼ਿਆਦਾ ਗਿਣਤੀ ਹੋ ਚੁੱਕੀ ਹੈਗੀ ਹੈ ਕੈਂਸਰ ਰੋਗੀਆਂ ਦੀ ਕਿ ਉਹਦੇ ਵਿੱਚ 70 ਤੋਂ 75% ਜਿਹੜੀਆਂ ਸਵਾਰੀਆਂ ਨੇ ਉਹ ਕੈਂਸਰ ਰੋਗੀ ਉਹਦੇ ਵਿੱਚ ਜਾਂਦੇ ਨੇ, ਤਾਂ ਉਹਦਾ ਨਾਮ ਕੈਂਸਰ ਟ੍ਰੇਨ ਪੈ ਗਿਆ। ਤਾਂ ਜਿਹੜਾ ਇਹ ਨਾਵਲ ਦਾ ਸਿਰਲੇਖ ਵੀ ਦੱਸਿਆ ਹੋਇਆ ਕੈਂਸਰ ਟ੍ਰੇਨ, ਇਹ ਉਸੇ ਟ੍ਰੇਨ 'ਤੇ ਆਧਾਰਿਤ ਹੈਗਾ। ਆਪਾਂ ਕਹਿ ਸਕਦੇ ਹੈਗੇ ਆ ਕਿ ਇਹ ਵਿਅੰਗਮਈ ਹੈ, ਤਨਜ਼ੀਆ ਹੈ ਨਾ। ਇਹ ਸਾਰੇ ਉਸ ਸਿਸਟਮ 'ਤੇ ਤੰਤ ਕਰ ਰਿਹਾ ਕਿ ਇੱਕ ਟ੍ਰੇਨ ਦਾ ਨਾਮ ਇੱਕ ਬਿਮਾਰੀ ਦੇ ਨਾਲ ਸੰਬੰਧਿਤ ਜੁੜ ਜਾਣਾ ਹੈ ਨਾ, ਇਹ ਕਿਤੇ ਨਾ ਕਿਤੇ ਇਹ ਸਰਕਾਰ ਦੀਆਂ ਜਿਹੜੀਆਂ ਨਾਕਾਮੀਆਂ ਨੇ ਉਹਦੇ ਨਾਲ ਜੁੜਿਆ ਹੋਇਆ ਹੈਗਾ। ਤਾਂ ਉਹਦੇ ਵਿੱਚ ਲੇਖਕ ਉਸ ਕੈਂਸਰ ਟ੍ਰੇਨ ਬਾਰੇ ਦੱਸਦਾ ਹੋਇਆ ਇਹ ਦੱਸਦਾ ਹੈ ਕਿ ਬਈ ਕਿੰਨੇ ਵਜੇ ਤੁਰਦੀ ਹੈ, ਰਾਹ ਦੇ ਵਿੱਚ ਕਿੰਨੇ ਸਟੇਸ਼ਨ ਆਉਣਗੇ, ਕਿੰਨੇ ਕਿਲੋਮੀਟਰ ਗੱਡੀ ਜਾਊਗੀ ਹੈ ਨਾ। ਉਸ ਤੋਂ ਬਾਅਦ ਗੇਜਾ, ਆਪਾਂ ਕਹਿ ਸਕਦੇ ਹਾਂ ਕਿ ਗੇਜੇ ਨੂੰ ਬਠਿੰਡੇ ਸਟੇਸ਼ਨ 'ਤੇ ਇੱਕ ਬਲਬੀਰ ਸਿੰਘ ਨਾਂ ਦਾ ਬੰਦਾ ਮਿਲਦਾ ਜਿਹੜਾ ਦੱਸਦਾ ਕਿ ਮੈਂ ਆਪਣੇ ਫਾਦਰ ਨੂੰ ਹੁਣ ਤੀਜੀ ਵਾਰ ਲੈ ਕੇ ਚੱਲਿਆ। ਉੱਥੇ ਜਾ ਕੇ ਉਹ ਟੈਸਟ ਵਗੈਰਾ ਕਰਵਾਉਂਦੇ ਨੇ ਬੀਕਾਨੇਰ ਹੌਸਪੀਟਲ ਦੇ ਵਿੱਚ। ਉਹਨਾਂ ਨੂੰ 3-4 ਦਿਨ ਲੱਗ ਜਾਂਦੇ ਨੇ ਇਹ ਪ੍ਰੋਸੈਸ ਦੇ ਦੌਰਾਨ। ਤਾਂ ਅਖੀਰ ਦੇ ਵਿੱਚ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਜਿਹੜੀ ਬੰਸੋ ਹੈ ਉਹਨੂੰ ਬੱਚੇਦਾਨੀ ਦਾ ਕੈਂਸਰ ਹੈਗਾ। ਗੇਜੇ ਨੂੰ ਪਹਿਲਾਂ ਇਹ ਗੱਲ ਪਤਾ ਨਹੀਂ ਲੱਗਦੀ ਹੈਗੀ, ਪਰ ਜਦੋਂ ਹੋਰ ਆਸੇ-ਪਾਸੇ ਵਾਲਿਆਂ ਤੋਂ ਪਤਾ ਲੱਗਦਾ ਹੈਗਾ ਕਿ ਇਹ ਤਾਂ ਬਹੁਤ ਨਾਮੁਰਾਦ ਬਿਮਾਰੀ ਹੈਗੀ ਹੈ, ਤਾਂ ਗੇਜਾ ਜਿਹੜਾ ਹੈਗਾ ਇਹ ਗੱਲ ਨੂੰ ਸੁਣ ਕੇ ਆਪਣਾ ਉਹਦਾ ਜਿਹੜਾ ਮੋਰਾਲ ਹੈ ਉਹ ਡਾਊਨ ਹੋ ਜਾਂਦਾ ਹੈਗਾ। ਉਹਦਾ ਜਿਹੜੇ ਹੌਸਲੇ ਨੇ ਉਹ ਪਸਤ ਹੋ ਜਾਂਦੇ ਨੇ ਕਿ ਇਹ ਸਾਡੇ ਨਾਲ ਕੀ ਵਾਪਰ ਗਿਆ। ਕਿਉਂਕਿ ਜਿਹੜੀ ਥੋੜ੍ਹੀ ਹੋਈ ਆਰਥਿਕਤਾ ਹੈਗੀ ਹੈ ਨਾ, ਅੱਧੀ ਤਾਂ ਬੰਦੇ ਨੂੰ ਇਹ ਬਿਮਾਰ ਕਰ ਦਿੰਦੀ ਹੈਗੀ ਹੈ ਕਿ ਬਿਮਾਰੀ ਹੈ, ਬਿਮਾਰੀ ਨਾਲ ਲੜਿਆ ਜਾ ਸਕਦਾ, ਪਰ ਲੜਨ ਵਾਸਤੇ ਹਥਿਆਰ ਤਾਂ ਚਾਹੀਦੇ ਹੈਗੇ ਨੇ ਨਾ। ਜੇ ਹਥਿਆਰ ਮਤਲਬ ਪੈਸਾ ਹੈਗਾ, ਬਹੁਤਿਆਂ ਜਿਹੜੇ ਲੋਕਾਂ ਕੋਲੇ ਪੈਸਾ ਨਹੀਂ ਹੈਗਾ, ਉਹਦੇ ਕਰਕੇ ਵੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਕੈਂਸਰ ਰੋਗੀ ਨੇ ਠੀਕ ਹੋ ਸਕਦੇ ਨੇ, ਪਰ ਉਹਨਾਂ ਦੀ ਜਿਹੜੀ ਬਿਮਾਰੀ ਹੈਗੀ ਹੈ ਉਹ ਸਿਰਫ ਇਸ ਕਰਕੇ ਵੱਧ ਜਾਂਦੀ ਹੈ ਜਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਕਿ ਉਹਨਾਂ ਕੋਲੇ ਪੈਸਾ ਨਹੀਂ ਹੈਗਾ। ਅੱਗੇ ਜਦੋਂ ਕਹਾਣੀ ਵੱਧਦੀ ਹੈ ਤਾਂ ਜਿਹੜਾ ਜਾਗਰ ਹੈ ਨਾ, ਜਿਹੜਾ ਕਿ ਸੀਰੀ ਰਿਹਾ ਹੈ, ਉਹਦੀ ਪਤਨੀ ਕਰਮੋ ਨੂੰ ਕੈਂਸਰ ਹੈਗੀ ਹੈ। ਉਹ ਵੀ ਇੱਕ ਵਾਰੀ ਬੀਕਾਨੇਰ ਜਾ ਕੇ ਆਏ ਨੇ ਅਤੇ ਉਸ ਤੋਂ ਬਾਅਦ ਉਹ ਬੀਕਾਨੇਰ ਨਹੀਂ ਜਾਂਦੇ। ਜਦੋਂ ਪੁੱਛਿਆ ਜਾਂਦਾ ਕਿ ਵੀ ਤੁਸੀਂ ਕਿਉਂ ਨਹੀਂ ਗਏ ਤਾਂ ਉਹਨਾਂ ਦਾ ਜਵਾਬ ਇਹੀ ਹੁੰਦਾ ਹੈ ਕਿ ਵੀ ਘੱਟੋ ਘੱਟ ਮਤਲਬ 5 ਤੋਂ 6 ਹਜ਼ਾਰ ਰੁਪਈਆ ਲੱਗ ਜਾਂਦਾ ਹੈਗਾ ਉੱਥੇ ਜਾਣਾ, ਰਹਿਣਾ ਹੈ ਨਾ, ਦਵਾਈ ਵਗੈਰਾ ਲੈਣੀ। ਅਤੇ ਇੱਕ ਖੇਤ ਮਜ਼ਦੂਰ ਵਾਸਤੇ, ਇੱਕ ਸੀਰੀ ਵਾਸਤੇ, ਇੱਕ ਮਨਰੇਗਾ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਵਾਸਤੇ ਜਿਨ੍ਹਾਂ ਦਾ ਚੁੱਲ੍ਹਾ ਹੀ ਮਸਾਂ ਤੁਰਦਾ ਹੈਗਾ, ਉਹਨਾਂ ਵਾਸਤੇ ਬੜਾ ਔਖਾ ਹੈ ਕਿ ਇੰਨੇ ਪੈਸੇ ਖਰਚ ਕੇ ਇਲਾਜ ਕਰਵਾਇਆ ਜਾਵੇ ਹੈ ਨਾ। ਤਾਂ ਇਹਦੇ ਵਿੱਚ ਜਿੰਨੇ ਵੀ ਰੋਗੀ ਹੈਗੇ ਨੇ ਉਹਨਾਂ 'ਚੋਂ ਇਕੱਲੇ ਰਣਧੀਰ ਸਿੰਘ ਨੂੰ ਛੱਡ ਕੇ ਬਾਕੀ ਜਿੰਨੇ ਵੀ ਰੋਗੀ ਹੈਗੇ ਨੇ ਉਹ ਸਾਰੇ ਥੋੜ੍ਹੀ ਹੋਈ ਆਰਥਿਕਤਾ ਦਾ ਸ਼ਿਕਾਰ ਹੁੰਦੇ ਨੇ ਅਤੇ ਉਹਦੇ ਕਰਕੇ ਹੀ ਉਹਨਾਂ ਦਾ ਜਿਹੜੇ ਪਰਿਵਾਰਕ ਮੈਂਬਰ ਹੈਗੇ ਨੇ ਉਹ ਮੌਤ ਵੱਲ ਧੱਕੇ ਜਾਂਦੇ ਹੈਗੇ ਨੇ। ਇਹਦੇ ਵਿੱਚ ਲੇਖਕ ਕੈਂਸਰ ਬਾਰੇ ਦੱਸਦਾ ਨਾਲ ਪੈਰਲ
2-3 ਜਿਹੜੇ ਛੋਟੇ ਬਿਰਤਾਂਤ ਹੈ ਉਹ ਤੋੜਦਾ ਹੈਗਾ ਹੈ ਨਾ, ਜਿਹਦੇ ਵਿੱਚ ਇੱਕ ਬਿਰਤਾਂਤ ਇਹ ਹੈਗਾ ਕਿ ਜਿਹੜਾ ਪਿੰਡ ਦਾ ਹੁਣ ਮੌਜੂਦਾ ਸਰਪੰਚ ਹੈ ਸੱਜਣ ਸਿੰਘ, ਉਹਦਾ ਨਾਮ ਹੈਗਾ ਹੈ ਨਾ। ਪੰਜਾਬ ਦੇ ਵਿੱਚ ਮੁੱਖ ਮੰਤਰੀ ਜਿਹੜੇ ਸੀ ਸਾਬਕਾ ਮੁੱਖ ਮੰਤਰੀ, ਉਹਨਾਂ ਦੀ ਪਤਨੀ ਦੀ ਡੈਥ ਹੁੰਦੀ ਹੈਗੀ ਗਲ ਦੇ ਕੈਂਸਰ ਕਰਕੇ ਹੈ ਨਾ। ਤਾਂ ਹੁਣ ਉਹ ਜਦੋਂ ਡੈਥ ਹੁੰਦੀ ਹੈਗੀ ਹੈ ਤਾਂ ਉਹ ਮੰਤਰੀ ਜਿਹੜੇ ਨੇ ਉਹ ਉਸ ਬੀਬੀ ਦੀ ਜਿਹੜੀ ਮੌਤ ਹੈ ਨਾ, ਉਸ ਮੌਤ ਨੂੰ ਉਹ ਬੜੇ ਵੱਡੇ ਢੰਗ ਦੇ ਨਾਲ ਉਹ ਦਿਖਾਉਂਦੇ ਹੈਗੇ ਨੇ ਹੈ ਨਾ ਟੀਵੀਆਂ 'ਤੇ। ਆਪਾਂ ਕਹਿ ਸਕਦੇ ਹੈਗੇ ਕਿ ਮੀਡੀਆ ਕਵਰੇਜ ਉਹਨਾਂ ਨੂੰ ਮਿਲਦੀ ਹੈਗੀ ਹੈ। ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਉਹ ਉਸ ਮੌਤ ਰਾਹੀਂ ਉਹ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰਦੇ ਨੇ ਹੈ ਨਾ। ਹੁਣ ਜਿਵੇਂ ਜਿਹੜਾ ਸੱਜਣ ਸਿੰਘ ਸਰਪੰਚ ਹੈ ਉਹ ਆਪਣੇ ਘਰ ਦੇ ਵਿੱਚ ਹੈ ਨਾ ਟੀਵੀ ਲਾ ਕੇ ਅਤੇ ਉੱਥੇ ਲੋਕਾਂ ਦਾ ਇਕੱਠ ਕਰਦਾ ਹੈਗਾ, ਠੀਕ ਹੈ, ਸਿਰਫ ਇਹ ਦਿਖਾਉਣ ਵਾਸਤੇ ਕਿ ਭਾਈ ਮੇਰੇ ਕੋਲੇ ਲੋਕਾਂ ਦੀ ਇੰਨੀ ਪਾਵਰ ਹੈਗੀ ਹੈ ਨਾ। ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੀ ਪਾਵਰ ਵੱਡੀ ਗੱਲ ਹੈਗੀ ਹੈ। ਉਹ ਇਹ ਦਿਖਾਉਣਾ ਚਾਹੁੰਦਾ ਕਿ ਮੇਰੇ ਪਿੱਛੇ ਇੰਨੇ ਲੋਕ ਖੜੇ ਹੈਗੇ ਨੇ ਹੈ ਨਾ। ਪਰ ਉੱਥੇ ਆਪਾਂ ਕਹਿ ਸਕਦੇ ਹਾਂ ਕਿ ਨਾਜਰ ਅਤੇ ਜਾਗਰ ਹੈ ਨਾ, ਉਹ ਅੱਧ ਵਿਚਾਲੇ ਉੱਠ ਕੇ ਤੁਰ ਪੈਂਦੇ ਨੇ। ਉਹ ਕਹਿੰਦੇ ਵੀ ਅਸੀਂ ਕੀ ਲੈਣਾ ਹੈ ਨਾ, ਮਰਨ ਵਾਲਾ ਮਰ ਗਿਆ, ਠੀਕ ਹੈ, ਉਹਨੇ ਹੁਣ ਵਾਪਸ ਤਾਂ ਮੁੜ ਕੇ ਨਹੀਂ ਆ ਜਾਣਾ ਹੈਗਾ। ਇਹ ਜਿਹੜਾ ਪਖੰਡ ਹੈਗਾ ਟੀਵੀ 'ਤੇ ਦਿਖਾਇਆ ਜਾ ਰਿਹਾ, ਇਹਦਾ ਸਾਨੂੰ ਕੀ ਫਾਇਦਾ ਹੈਗਾ। ਇਸ ਕਰਕੇ ਉਹ ਉੱਥੋਂ ਉੱਠ ਕੇ ਆ ਜਾਂਦੇ ਨੇ ਅਤੇ ਆ ਕੇ ਮੋਟਰ 'ਤੇ ਆ ਕੇ ਉਹ ਇਕੱਠੇ ਬਹਿ ਕੇ ਦੋਨੋਂ ਜਣੇ ਦਾਰੂ ਪੀਂਦੇ ਨੇ ਅਤੇ ਆਪਣਾ ਜਿਹੜਾ ਦੁੱਖ ਸੁੱਖ ਹੈਗਾ ਉਹ ਕਰਦੇ ਹੈਗੇ ਨੇ। ਇੱਕ ਵਾਰੀ ਕੀ ਹੁੰਦਾ ਕਿ ਜਰਨੈਲ ਅਮਨ ਅਤੇ ਸੁੱਖੀ ਇਹ ਨਾ ਤਲਵੰਡੀ ਜਾਂਦੇ ਨੇ ਕਿਸੇ ਕੰਮ ਵਾਸਤੇ, ਅਤੇ ਅਮਨ ਆਪਣੀ ਪ੍ਰੋਜੈਕਟ ਰਿਪੋਰਟ ਵਾਸਤੇ ਜਾਂਦਾ ਹੈਗਾ। ਅਤੇ ਜਦੋਂ ਇਹ ਮੁੜਦੇ ਹੋਏ ਆਉਂਦੇ ਨੇ ਤਾਂ ਆਉਂਦੇ ਹੋਏ ਇਹ ਇੱਕ ਢਾਬੇ 'ਤੇ ਰੁਕਦੇ ਹੈਗੇ ਨੇ। ਉਹ ਢਾਬੇ 'ਤੇ ਜਿਹੜੀ ਲੇਡੀ ਕੰਮ ਕਰਦੀ ਹੈਗੀ ਮੀਤੂ, ਉਹਦਾ ਨਾਮ ਹੈ ਨਾ, ਉਹਦੇ ਹਸਬੈਂਡ ਦੀ ਵੀ ਡੈਥ ਹੋ ਚੁੱਕੀ ਹੈ, ਕੈਂਸਰ ਕਰਕੇ ਹੋਈ ਹੈ। ਹੁਣ ਉਹ ਆਪ ਢਾਬਾ ਚਲਾ ਰਹੀ ਹੈ। ਹੁਣ ਉਸ ਢਾਬੇ 'ਤੇ ਬਹਿ ਕੇ ਇਹ ਚਾਹ ਪੀਂਦੇ ਨੇ ਅਤੇ ਨਾਲ ਗੱਲਾਂ ਕਰਦੇ ਹੈਗੇ ਨੇ ਕਿ ਅੱਜ ਕੱਲ੍ਹ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਿਸ ਢੰਗ ਦੇ ਹੈਗੇ ਨੇ ਹੈ ਨਾ। ਤਾਂ ਉਹ ਰਾਜਨੀਤੀ ਦੀ ਗੱਲ ਕਰਦੇ ਨੇ ਕਿ ਵੀ ਜਿਹੜਾ ਕੁਛ ਵੀ ਇਹ ਸਾਰਾ ਕੁਛ ਵਾਪਰ ਰਿਹਾ ਉਹਦੇ ਵਾਸਤੇ ਜਿਹੜੀ ਰਾਜਨੀਤੀ ਹੈਗੀ ਹੈ ਉਹ ਕਿਸ ਢੰਗ ਦੇ ਨਾਲ ਇਸ ਚੀਜ਼ ਦਾ ਫਾਇਦਾ ਲੈਂਦੀ ਹੈ। ਜਿਹੜੀਆਂ NGO ਸੰਸਥਾਵਾਂ ਬਣੀਆਂ ਹੋਈਆਂ ਨੇ ਉਹ ਕਿਵੇਂ ਇਹ ਸਾਰੇ ਜਿਹੜੇ ਰੋਗੀ ਹੈਗੇ ਨੇ ਹੈ ਨਾ, ਉਹਨਾਂ ਦੇ ਨਾਂ 'ਤੇ ਕਿੰਨੇ ਉਹਨਾਂ ਨੇ ਜਿਹੜੇ ਪੈਸੇ ਨੇ ਉਹ ਕਮਾਏ ਹੈਗੇ ਨੇ। ਜਿਹੜਾ ਮੀਡੀਆ ਹੈਗਾ ਹੈ ਨਾ, ਮਤਲਬ ਲੋਕ ਆਪਾਂ ਕਹਿ ਸਕਦੇ ਹਾਂ ਕਿ ਮੀਡੀਆ ਦੇ ਲੋਕ ਜਿਹੜੇ ਨੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਪਰਿਵਾਰਾਂ ਦੇ ਨਾਲ ਗੱਲ ਕਰਦੇ ਨੇ ਜਿੱਥੇ ਕੈਂਸਰ ਰੋਗੀ ਨੇ, ਵੱਡੀਆਂ ਰਿਪੋਰਟਾਂ ਛਪਦੀਆਂ ਹੈਗੀਆਂ ਨੇ ਹੈ ਨਾ। ਉਹ ਵੀ ਇਹ ਹੈਗਾ ਕਿ ਇੱਕ ਅੱਧੀ ਵਾਰ ਜਾ ਕੇ ਉਸ ਤੋਂ ਬਾਅਦ ਉਹ ਵੀ ਆਪਣਾ ਮੂੰਹ ਨਹੀਂ ਦਿਖਾਉਂਦੇ ਹੈਗੇ ਹੈ ਨਾ। ਤਾਂ ਉਹ ਵੀ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਇਹ ਜਿਹੜੀਆਂ ਮੌਤਾਂ ਨੇ ਜਾਂ ਇਹ ਜਿਹੜਾ ਕੈਂਸਰ ਦਾ ਰੋਗ ਹੈਗਾ ਉਹਨੂੰ ਆਪਣੇ ਸਵਾਰਥ ਵਾਸਤੇ, ਆਪਣੇ ਫਾਇਦੇ ਵਾਸਤੇ ਵਰਤਦੇ ਹੈਗੇ ਨੇ ਹੈ ਨਾ। ਪੰਜਾਬ ਦੇ ਵਿੱਚ ਇੱਕ ਗੱਲ ਜ਼ਿਕਰ ਕਰਦੇ ਨੇ ਕਿ ਪੰਜਾਬ ਦੇ ਵਿੱਚ ਫੇਫੜਿਆਂ ਦਾ ਜਿਹੜਾ ਕੈਂਸਰ ਹੈ ਉਹ ਘੱਟ ਹੈਗਾ। ਘੱਟ ਕਿਉਂ ਹੈਗਾ? ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਬਹੁਤੀ ਗਿਣਤੀ ਹੈਗੀ ਹੈ ਉਹ ਸਿੱਖਾਂ ਦੀ ਹੈ, ਅਤੇ ਜਿਹੜੇ ਸਿੱਖ ਹੈਗੇ ਨੇ ਉਹ ਤੰਬਾਕੂ ਤੋਂ ਪਰਹੇਜ਼ ਕਰਦੇ ਨੇ ਹੈ ਨਾ, ਤੰਬਾਕੂ ਨਹੀਂ ਵਰਤਦੇ ਹੈਗੇ। ਤਾਂ ਪੰਜਾਬ ਦੇ ਵਿੱਚ ਬੀੜੀ ਅਤੇ ਜਰਦੇ ਨਾਲ ਜਿਹੜਾ ਹੋਣ ਵਾਲਾ ਕੈਂਸਰ ਹੈਗਾ ਉਹਦੀ ਜਿਹੜੀ ਰੇਸ਼ੋ ਹੈ ਉਹ ਘੱਟ ਹੈ ਨਾ ਕੰਪੈਰੇਟਿਵਲੀ। ਜੇ ਅਸੀਂ ਦੇਖੀਏ ਯੂਪੀ, ਬਿਹਾਰ ਵਗੈਰਾ ਜਿਹੜੇ ਇਲਾਕੇ ਹੈਗੇ ਨੇ ਉਹਨਾਂ ਦੇ ਵਿੱਚ ਇਹ ਰੇਸ਼ੋ ਬਹੁਤ ਜ਼ਿਆਦਾ ਹੈਗੀ ਆ, ਕਿਉਂਕਿ ਉੱਥੇ ਬੀੜੀ ਅਤੇ ਤੰਬਾਕੂ ਆਮ ਨੇ। ਜਰਨੈਲ ਜਿਹੜਾ ਹੈ ਉਹਦਾ ਘਰ ਉਹਦੇ ਕਿਉਂ ਅਣਵਿਆਹਿਆ ਉਹ ਜਰਨੈਲ ਹੈ ਨਾ, ਉਹਨੇ ਵਿਆਹ ਨਹੀਂ ਕਰਵਾਇਆ ਹੈਗਾ। ਉਹਦਾ ਘਰ ਹੈ, ਘਰ ਦੇ ਵਿੱਚ ਕਿਤਾਬਾਂ ਦੀ ਇੱਕ ਬਹੁਤ ਵੱਡੀ ਲਾਇਬ੍ਰੇਰੀ ਹੈਗੀ ਹੈ ਜਿਹਦੇ ਬਾਰੇ ਜਰਨੈਲ ਦੱਸਦਾ ਕਿ ਬਈ ਮੈਂ ਇਹ ਲਗਭਗ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਅਤੇ ਉਹ ਅਮਨ ਨੂੰ ਇਹ ਸੁਜੈਸਟ ਕਰਦਾ ਕਿ ਜਿਹੜੀਆਂ ਕਿਤਾਬਾਂ ਨੇ ਨਾ ਇਹ ਬੰਦੇ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੰਦੀਆਂ ਨੇ, ਬੰਦੇ ਨੂੰ ਰੌਸ਼ਨੀ ਦਿੰਦੀਆਂ ਨੇ, ਬੰਦੇ ਨੂੰ ਹੌਸਲਾ ਦਿੰਦੀਆਂ ਨੇ, ਧਰਵਾਸ ਦਿੰਦੀਆਂ ਨੇ। ਤਾਂ ਉਹ ਇਹ ਕਹਿੰਦਾ ਕਿ ਬਈ ਜਿਹੜੇ ਵੀ ਘਰਾਂ ਦੇ ਵਿੱਚ ਤੂੰ ਜਾਂਦਾ, ਜਿਹੜੇ ਲੋਕ ਪੜ੍ਹਨ ਦੇ ਸਮਰੱਥ ਹੈਗੇ ਨੇ, ਤੂੰ ਮੇਰੀ ਲਾਇਬ੍ਰੇਰੀ ਦੇ ਵਿੱਚੋਂ ਕਿਤਾਬਾਂ ਲੈ ਜਾ ਕਰ ਅਤੇ ਜਾ ਕੇ ਉਹਨਾਂ ਲੋਕਾਂ ਨੂੰ ਇਹ ਕਿਤਾਬਾਂ ਦਿਆ ਕਰ ਤਾਂ ਕਿ ਉਹ ਪੜ੍ਹ ਕੇ ਹੌਸਲੇ ਦੇ ਵਿੱਚ ਹੋਣ। ਔਰ ਇਹ ਗੱਲ ਜਿਹੜੀ ਹੈ ਆਪਾਂ ਕਹਿ ਸਕਦੇ ਹਾਂ ਕਿ ਪ੍ਰੈਕਟੀਕਲੀ ਸੰਭਵ ਵੀ ਹੁੰਦੀ ਹੈਗੀ ਹੈ ਕਿ ਅਮਨ ਬਹੁਤ ਜਿਹੜੇ ਲੋਕ ਨੇ ਉਹਨਾਂ ਨੂੰ ਕਿਤਾਬਾਂ ਦਿੰਦਾ। ਉਹਨਾਂ ਦੇ ਵਿੱਚੋਂ ਨਿਰਮਲ ਇੱਕ ਕੁੜੀ ਹੈ ਜਿਹੜੀ ਕਿ ਪਹਿਲਾਂ ਬਿਲਕੁਲ ਢੇਰੀ ਢਾਹ ਕੇ ਬਹਿ ਗਈ ਸੀ, ਪਰ ਹੁਣ ਉਹ ਕਿਤਾਬਾਂ ਪੜ੍ਹ ਕੇ ਉਹਨੂੰ ਹੌਸਲਾ ਮਿਲਦਾ ਹੈ, ਉਹਦਾ ਸਮਾਂ ਲੰਘਦਾ ਹੈਗਾ ਹੈ ਨਾ। ਇੱਕ ਦਿਨ ਦੇ ਵਿੱਚ ਉਹ ਇੱਕ ਕਿਤਾਬ ਨਿਬੇੜ ਦਿੰਦੀ ਹੈ। ਉਸ ਤੋਂ ਬਾਅਦ ਕਹਿੰਦੀ ਹੈਗੀ ਹੈ ਅਮਨ ਨੂੰ ਕਿ ਵੀ ਮੈਨੂੰ ਇਕੱਠੀਆਂ 3 4 5 6 ਕਿਤਾਬਾਂ ਲਿਆ ਕੇ ਤੁਸੀਂ ਮੈਨੂੰ ਦਿਆ ਕਰੋ। ਤਾਂ ਆਪਾਂ ਕਹਿ ਸਕਦੇ ਹਾਂ ਕਿ ਨਾਵਲਕਾਰ ਨਛੱਤਰ ਨੇ ਇਸ ਬਿਰਤਾਂਤ ਦੇ ਰਾਹੀਂ ਜਾਂ ਇਸ ਜੁਗਤ ਦੇ ਰਾਹੀਂ ਕਿਤਾਬਾਂ ਦੀ ਜਿਹੜੀ ਸੋਭਾ ਹੈ ਉਹਨੂੰ ਗਾਇਆ, ਦੱਸਿਆ ਕਿ ਜਿਹੜੀਆਂ ਕਿਤਾਬਾਂ ਨੇ ਆਮ ਬੰਦੇ ਦੇ ਜ਼ਿੰਦਗੀ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਰੋਲ ਅਦਾ ਕਰਦੀਆਂ ਹੈਗੀਆਂ ਨੇ।
ਇੱਕ ਹੋਰ ਨਾਲ ਇੱਕ ਛੋਟਾ ਜਿਹਾ ਬਿਰਤਾਂਤ ਚੱਲਦਾ ਹੈਗਾ, ਜਿਹੜਾ ਹੁਣ ਮੌਜੂਦਾ ਸਰਪੰਚ ਹੈ ਸੱਜਣ ਸਿੰਘ, ਉਹਦਾ ਪਿਓ ਸੀ ਲਹਿਣਾ ਸਿੰਘ। ਲਹਿਣਾ ਸਿੰਘ ਪਹਿਲਾਂ ਇੱਕ ਬਹੁਤ ਸਧਾਰਨ ਕਿਸਾਨ ਸੀ, ਬੜੀ ਘੱਟ ਉਹਦੇ ਕੋਲੇ ਜ਼ਮੀਨ ਸੀ। ਹੋਇਆ ਕਿ ਉਹਨੇ ਆਪਣੀ ਮਤਲਬ 18-19 ਸਾਲਾਂ ਦੀ ਬੇਟੀ ਦੀ ਜਿਹੜੀ ਸ਼ਾਦੀ ਹੈ, ਉਹਦਾ ਵਿਆਹ ਜਿਹੜਾ ਹੈ ਉਹ ਵਿਦੇਸ਼ ਦੇ ਵਿੱਚ ਰਹਿੰਦੇ ਇੱਕ ਬੜੀ ਵੱਡੀ ਉਮਰ ਦੇ ਬੰਦੇ ਦੇ ਨਾਲ ਉਹ ਕਰ ਦਿੰਦਾ ਹੈਗਾ, ਹੈ ਨਾ। ਬੰਦਾ ਵੀ ਆਪਾਂ ਕਹਿ ਸਕਦੇ ਵੱਡੀ ਉਮਰ ਹੀ, ਬੁੱਢਾ ਲਗਭਗ ਲਹਿਣਾ ਸਿੰਘ ਦੀ ਉਮਰ ਦਾ ਸੀ, ਹੈ ਨਾ, ਜਿਹਦੇ ਨਾਲ ਉਹ ਵਿਆਹ ਕਰਦਾ ਹੈਗਾ ਆਪਣੀ ਬੇਟੀ ਦਾ। ਕਿਸ ਲਾਲਚ ਦੇ ਵਿੱਚ ਕਿ ਭਈ ਮੇਰੀ ਬੇਟੀ ਜਿਹੜੀ ਹੈਗੀ ਆ ਉਹ ਵਿਦੇਸ਼ ਜਾਊਗੀ, ਉਹ ਵਿਦੇਸ਼ ਜਾਊਗੀ ਤਾਂ ਸਾਡਾ ਜਿਹੜਾ ਟੱਬਰ ਹੈਗਾ ਉਹਨੂੰ ਵੀ ਉੱਥੇ ਵਿਦੇਸ਼ ਸੱਦੂਗੀ। ਉਹ ਇਹ ਬਿਲਕੁਲ ਨਹੀਂ ਦੇਖਦਾ ਹੈਗਾ ਕਿ ਭਈ ਮੇਰੀ ਧੀ ਦੀ ਉਮਰ ਕੀ ਹੈਗੀ ਹੈ ਅਤੇ ਜਿਹਦੇ ਨਾਲ ਮੈਂ ਇਹਦਾ ਵਿਆਹ ਕਰ ਰਿਹਾ ਉਹਦੀ ਉਮਰ ਕੀ ਹੈ, ਮੇਰੀ ਧੀ ਕਿਵੇਂ ਕੱਟੂਗੀ। ਉਹ ਇਸ ਬਾਰੇ ਬਿਲਕੁਲ ਨਹੀਂ ਸੋਚਦਾ, ਸਿਰਫ ਆਪਣੇ ਸਵਾਰਥ, ਆਪਣੇ ਫਾਇਦੇ ਨੂੰ ਅੱਗੇ ਰੱਖਦਾ। ਔਰ ਹੁੰਦਾ ਵੀ ਇਹ ਹੈ ਕਿ ਕੁੜੀ ਉੱਥੇ ਜਾਂਦੀ ਹੈ, 2-4 ਸਾਲਾਂ ਬਾਅਦ ਆਪਣੇ ਭਰਾ ਨੂੰ ਬੁਲਾ ਲੈਂਦੀ ਹੈ। ਆਪਾਂ ਕਹਿ ਸਕਦੇ ਹੈਗੇ ਹਾਂ ਕਿ ਸੱਜਣ ਸਿੰਘ ਦਾ ਜਿਹੜਾ ਭਰਾ ਹੈਗਾ, ਲਹਿਣਾ ਸਿੰਘ ਦਾ ਮੁੰਡਾ, ਉਹ ਉੱਥੇ ਜਾਂਦਾ ਹੈ, ਕਮਾਈਆਂ ਕਰਦਾ, ਕਮਾਈਆਂ ਕਰਕੇ ਪੈਸੇ ਭੇਜਦਾ ਹੈ। ਉਹਨਾਂ ਪੈਸਿਆਂ ਦੇ ਨਾਲ ਲਹਿਣਾ ਸਿੰਘ ਲੋਕਾਂ ਨੂੰ ਵਿਆਜੂ ਪੈਸੇ ਦਿੰਦਾ ਹੈਗਾ, ਹੈ ਨਾ, ਅਤੇ ਪੈਸੇ ਦੇਣ ਲੱਗਿਆਂ ਉਹਨਾਂ ਤੋਂ ਕੋਈ ਵੀ ਕੀਮਤੀ ਚੀਜ਼, ਹੈ ਨਾ, ਕੋਈ ਗਹਿਣਾ ਗੱਟਾ ਤੁਸੀਂ ਲਾ ਲਓ ਜਾਂ ਜ਼ਮੀਨ ਲਾ ਲਓ, ਉਹ ਆਪਣੇ ਕੋਲ ਗਿਰਵੀ ਧਰਵਾ ਲੈਂਦਾ, ਹੈ ਨਾ। ਅਤੇ ਬਹੁਤੇ ਬੰਦੇ ਨੇ, ਤੁਹਾਨੂੰ ਪਤਾ ਹੈ ਅੱਜ ਕੱਲ੍ਹ ਉਸ ਢੰਗ ਦੇ ਨਾਲ ਕਰਜ਼ਾ ਵਾਪਸ ਨਹੀਂ ਮੁੜਦਾ, ਤਾਂ ਹੌਲੀ ਹੌਲੀ ਉਹ ਉਹਨਾਂ ਚੀਜ਼ਾਂ ਨੂੰ ਦੱਬਣਾ ਸ਼ੁਰੂ ਕਰ ਦਿੰਦਾ ਹੈਗਾ। ਇਸ ਢੰਗ ਦੇ ਨਾਲ ਹੌਲੀ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਕੋਲ ਜ਼ਮੀਨ ਵੱਧਦੀ ਜਾਂਦੀ ਹੈਗੀ ਹੈ। ਜ਼ਮੀਨ ਵੱਧਦੀ ਜਾਂਦੀ ਹੈ ਤਾਂ ਉਹਦਾ ਅਸਰ ਰਸੂਖ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਦੇ ਵਿੱਚ ਵੱਧਦਾ ਜਾਂਦਾ ਹੈ, ਉਹਦਾ ਅਸਰ ਰਸੂਖ ਰਾਜਨੀਤੀ ਦੇ ਵਿੱਚ ਵੱਧਦਾ ਜਾਂਦਾ ਹੈ। ਹੌਲੀ ਹੌਲੀ ਉਹ ਪਿੰਡ ਦਾ ਸਰਪੰਚ ਬਣ ਜਾਂਦਾ ਹੈਗਾ ਅਤੇ ਸਰਪੰਚੀ ਉਹਦੇ ਤੋਂ ਬਾਅਦ ਉਹਦੇ ਮੁੰਡੇ ਕੋਲ ਚਲੀ ਜਾਂਦੀ ਹੈਗੀ ਹੈ। ਹਾਲਾਂਕਿ ਇਸ ਗੱਲ ਦੀ ਚਰਚਾ ਹੁੰਦੀ ਹੈ ਪਿੰਡ ਦੇ ਵਿੱਚ, ਪਿੰਡ ਦੇ ਲੋਕ ਉਹਦੀ ਪਿੱਠ ਪਿੱਛੇ ਇਹ ਗੱਲ ਜ਼ਰੂਰ ਕਰਦੇ ਹੈਗੇ ਨੇ ਕਿ ਵੀ ਇਹਨੇ ਸਰਪੰਚੀ ਜਿਹੜੀ ਹੈ ਉਹ ਕਿਵੇਂ ਲਈ ਹੈ, ਕਿ ਆਪਣੀ ਬੇਟੀ ਦਾ ਕੁਜੋੜ ਵਿਆਹ ਕਰਕੇ ਉਹਨੇ ਸਰਪੰਚੀ ਲਈ ਹੈਗੀ ਹੈ। ਪਰ ਉਹ ਲਹਿਣਾ ਸਿੰਘ ਉਸ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਮੋਟੀ ਚਮੜੀ ਵਾਲਾ ਬੰਦਾ, ਉਹਨੂੰ ਇਹ ਗੱਲ ਕੋਈ ਬਹੁਤੀ ਵੱਡੀ ਮਹਿਸੂਸ ਨਹੀਂ ਹੁੰਦੀ। ਉਹਨੂੰ ਹੁੰਦਾ ਕਿ ਬਈ ਅਸੀਂ ਉਸ ਉੱਚੇ ਮੁਕਾਮ 'ਤੇ ਪਹੁੰਚ ਚੁੱਕੇ ਹਾਂ ਜਿੱਥੇ ਲੋਕ ਸਾਡੇ ਬਾਰੇ ਸਿਰਫ ਚੁਗਲੀਆਂ ਕਰ ਸਕਦੇ ਨੇ, ਸਾਡੇ ਬਰਾਬਰ ਨਹੀਂ ਪਹੁੰਚ ਸਕਦੇ ਹੈਗੇ। ਇਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਹਰਮਨ ਹੈ ਉਹ ਚੰਡੀਗੜ੍ਹ ਰਹਿ ਰਹੀ ਹੈ। ਉਹ ਕਿਉਂਕਿ ਅਮਨ ਨੂੰ ਸਮਾਂ ਨਹੀਂ ਮਿਲਦਾ ਹੈਗਾ ਤਾਂ ਉਹ ਹਰਮਨ ਦੇ ਨਾਲ ਉਹਦੀ ਨਾਰਾਜ਼ਗੀ ਜਿਹੜੀ ਹੈ ਵੱਧਦੀ ਜਾਂਦੀ ਹੈ। ਹੁਣ ਉਹ ਮਿਲਦੇ ਵੀ ਨਹੀਂ ਹੈਗੇ, ਫੋਨ 'ਤੇ ਗੱਲਬਾਤ ਵੀ ਬਹੁਤ ਘੱਟ ਹੁੰਦੀ ਹੈ, ਇੱਕ ਦੂਜੇ ਨੂੰ ਮੈਸੇਜ ਵੀ ਬਹੁਤ ਘੱਟ ਕਰਦੇ ਨੇ, ਹੈ ਨਾ। ਤਾਂ ਇਹ ਨਾਰਾਜ਼ਗੀ ਜਿਹੜੀ ਹੈ, ਇਹ ਨਾਰਾਜ਼ਗੀ ਨੂੰ ਦੂਰ ਕਰਨ ਵਾਸਤੇ ਇੱਕ ਵਾਰ ਅਮਨ ਹੰਭਲਾ ਮਾਰਦਾ, ਕੋਸ਼ਿਸ਼ ਕਰਦਾ, ਉਹ ਜਾਂਦਾ ਉੱਥੇ ਜਾ ਕੇ ਉਹਦੇ ਨਾਲ, ਅਤੇ ਉਹਦੀ ਇੱਕ ਸਹੇਲੀ ਹੁੰਦੀ ਹੈ ਹਰਮਨ ਦੀ, ਉਹਨਾਂ ਦੇ ਨਾਲ ਫਿਲਮ ਦੇਖਦੇ ਨੇ। ਫਿਲਮ ਤੋਂ ਬਾਅਦ ਉਹ ਸਹੇਲੀ ਦੇ ਘਰੇ ਜਾਂਦੇ ਨੇ, ਚਾਹ ਪਾਣੀ ਪੀਂਦੇ ਨੇ, ਉਸ ਕੁੜੱਤਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ। ਪਰ ਹਰਮਨ ਜਿਹੜੀ ਹੈ ਉਹ ਇਹ ਕਹਿੰਦੀ ਹੈਗੀ ਹੈ ਕਿ ਵੀ ਤੂੰ ਛੱਡੇ ਸਾਰਾ ਕੁਛ, ਤੂੰ ਮੇਰੇ ਨਾਲ ਵਿਆਹ ਕਰਾ ਲਾ, ਤੈਨੂੰ ਮਤਲਬ ਤੂੰ ਘਰ ਜਵਾਈ ਬਣਦਾ, ਤੈਨੂੰ ਸਾਰਾ ਕੁਛ ਮਿਲ ਜੂਗਾ, ਪੈਸਾ ਜਿਹੜਾ ਜਿੰਨਾ ਕਹੇ, ਹੈ ਨਾ, ਤੈਨੂੰ ਨੌਕਰੀ ਵੀ ਲਵਾ ਦਾਂਗੇ। ਬਹੁਤੀ ਗੱਲ ਹੋ ਕਿ ਮੇਰਾ ਭਰਾ ਆਸਟ੍ਰੇਲੀਆ ਰਹਿੰਦਾ ਹੈਗਾ, ਆਪਾਂ ਆਸਟ੍ਰੇਲੀਆ ਚੱਲ ਪੜਾਂਗੇ, ਕਿ ਤੂੰ ਇਹ ਖਲਜਗਣ 'ਚ ਕਾਹਨੂੰ ਪੈਂਦਾ ਹੈਗਾ। ਪਰ ਅਮਨ ਇਸ ਗੱਲ ਤੋਂ ਇਨਕਾਰ ਕਰ ਦਿੰਦਾ। ਉਹ ਕਹਿੰਦਾ ਕਿ ਵੀ ਨਹੀਂ, ਮੇਰੇ ਮਾਂ ਪਿਓ ਨੇ ਮੇਰੇ 'ਤੇ ਇਨਵੈਸਟ ਕੀਤਾ ਹੈਗਾ ਅਤੇ ਮੈਂ ਆਪ ਆਪਣੇ ਪੈਰਾਂ 'ਤੇ ਖੜੇ ਹੋਣਾ ਹੈਗਾ। ਕੁਝ ਸਮੇਂ ਬਾਅਦ ਕੀ ਹੁੰਦਾ ਹੈ ਕਿ ਹਰਮਨ ਉਹਨੂੰ ਇਹ ਗੱਲ ਕਹਿ ਦਿੰਦੀ ਹੈ ਕਿ ਬਈ ਮੈਂ ਵਿਆਹ ਨਹੀਂ ਕਰਵਾਉਣਾ ਹੈਗਾ, ਹੈ ਨਾ, ਤੇਰੇ ਨਾਲ ਵੀ ਨਹੀਂ ਕਰਵਾਉਣਾ, ਮੈਂ ਕਿਸੇ ਨਾਲ ਵੀ ਨਹੀਂ ਕਰਵਾਉਣਾ, ਕਿ ਮੈਂ ਤਾਂ ਹੁਣ ਚੰਡੀਗੜ੍ਹ ਹੈਗੀ ਹਾਂ, ਮੈਂ ਆਪਣਾ ਕੁਝ ਸਮਾਂ ਇੱਥੇ ਮੈਂ ਐਸ਼ ਕਰਨਾ ਚਾਹੁੰਦੀ ਹੈਗੀ ਹਾਂ, ਹੈ ਨਾ। ਇਹ ਗੱਲ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਅਮਨ ਨੂੰ ਬੜਾ ਹਰਟ ਕਰਦੀ ਹੈ ਇਹ ਗੱਲ, ਹੈ ਨਾ। ਤਾਂ ਹੌਲੀ ਹੌਲੀ ਉਹਦੀ ਦੂਰੀ ਜਿਹੜੀ ਹੈ ਹਰਮਨ ਤੋਂ ਵੱਧਦੀ ਜਾਂਦੀ ਹੈਗੀ ਹੈ। ਇੱਕ ਵਾਰੀ ਹਰਮਨ ਤਾਂ ਇਹ ਵੀ ਆਖ ਦਿੰਦੀ ਹੈਗੀ ਹੈ ਕਿ ਭਈ ਮੇਰਾ ਤਾਂ ਵਿਆਹ ਧਰਿਆ ਹੋਇਆ ਹੈਗਾ, ਕਾਰਡ ਮੈਂ ਤੈਨੂੰ ਭੇਜ ਦੂੰਗੀ, ਤੂੰ ਆ ਜੀ, ਹੈ ਨਾ। ਹੁਣ ਉਹਦੇ 'ਚ ਪਤਾ ਨਹੀਂ ਕਿੰਨੀ ਕੁ ਸੱਚਾਈ ਹੈਗੀ ਹੈ, ਨਹੀਂ ਹੈਗੀ ਹੈ, ਨਾਵਲਕਾਰ ਨੇ ਇਹਦੇ ਵਿੱਚ ਨਹੀਂ ਦੱਸਿਆ ਹੈਗਾ। ਤਾਂ ਹੁਣ ਜਦੋਂ ਹਰਮਨ ਤੋਂ ਉਹਦਾ ਤੋੜ ਵਿਛੋੜਾ ਹੋ ਜਾਂਦਾ ਹੈਗਾ ਤਾਂ ਦੂਜੇ ਪਾਸੇ ਉਹਨਾਂ ਦੇ ਗੁਆਂਢ ਦੇ ਵਿੱਚ ਇੱਕ ਕੁੜੀ ਰਹਿੰਦੀ ਹੈ, ਉਹਦਾ ਨਾਮ ਕੀਰਤੀ ਹੈ, ਹੈ ਨਾ। ਉਹਨੇ MA B.Ed ਕੀਤੀ ਹੋਈ ਹੈ। ਪਿੰਡ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਦੀ ਹਾਲੇ ਤੱਕ ਨੌਕਰੀ ਨਹੀਂ ਮਿਲੀ ਹੈਗੀ। ਤਾਂ ਉਹਨਾਂ ਦੋਹਾਂ ਦੇ ਵਿੱਚ ਇੰਟੀਮੇਸੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਜਿਹੜੀ ਕੀਰਤੀ ਹੈ ਨਾ, ਉਹ ਇੱਕ ਵਧੀਆ ਇਨਸਾਨ ਹੈਗੀ ਹੈ। ਉਹ ਲੋਕਾਂ ਦੀ ਮਦਦ ਕਰਦੀ ਹੈ, ਜਿਵੇਂ ਅਮਨ ਦੇ ਘਰੇ ਆ ਕੇ ਉਹ ਰੋਟੀ ਪਾਣੀ ਦਾ ਕੰਮ ਵੀ ਆਪ ਕਰਦੀ ਹੈਗੀ ਹੈ, ਚਾਹ ਵੀ ਉਹਨਾਂ ਨੂੰ ਆਪ ਬਣਾ ਕੇ ਦਿੰਦੀ ਹੈਗੀ ਹੈ। ਤਾਂ ਅਮਨ ਹੌਲੀ ਹੌਲੀ ਇਹਦੇ ਵੱਲ ਖਿੱਚਿਆ ਚਲਿਆ ਜਾਂਦਾ ਹੈਗਾ ਉਸ ਕੀਰਤੀ ਵੱਲ, ਹੈ ਨਾ, ਕਿਉਂਕਿ ਉਹਦੀ ਸੀਰਤ ਨੂੰ ਦੇਖ ਕੇ ਉਹਨੂੰ ਲੱਗਦਾ, ਹਾਲਾਂਕਿ ਸੂਰਤ ਪੱਖੋਂ ਵੀ ਨਾਵਲਕਾਰ ਨੇ ਦੱਸਿਆ ਕਿ ਕਾਫੀ ਸੋਹਣੀ ਹੈਗੀ ਹੈ, ਪਰ ਸੀਰਤ ਪੱਖੋਂ ਉਹਨੂੰ ਲੱਗਦਾ ਕਿ ਹਾਂ ਉਹ ਵੱਧ ਸੋਹਣੀ ਹੈਗੀ ਹੈ। ਤਾਂ ਉਹ ਹੌਲੀ ਹੌਲੀ ਉਹਦੇ ਵੱਲ ਖਿੱਚਿਆ ਚਲਿਆ ਜਾਂਦਾ ਹੈਗਾ। ਕੀਰਤ ਬਾਰੇ ਇਹ ਵੀ ਨਾਵਲਕਾਰ ਨੇ ਵੇਰਵਾ ਦਿੱਤਾ ਹੋਇਆ ਕਿ ਉਹ ਇਹ ਤੇ ਅਮਨ ਜਿਹੜੇ ਨੇ 10ਵੀਂ ਦੇ ਵਿੱਚ ਇਕੱਠੇ ਪੜ੍ਹਦੇ ਰਹੇ ਹੈਗੇ ਨੇ। ਇਸ ਤੋਂ ਬਾਅਦ ਕੀ ਹੁੰਦਾ ਕਿ
ਜਰਨੈਲ ਨਾਲ ਗਿਆਨ ਸਿੰਘ ਦੀ ਗੱਲ ਹੁੰਦੀ ਹੈ। ਉਹ ਜਰਨੈਲ ਨੂੰ ਕਹਿੰਦਾ ਕਿ ਬਈ ਆਪਣੀ ਜਿਹੜੀ ਬੇਟੀ ਹੈ ਕੀਰਤੀ, ਤੂੰ ਇਹਦੇ ਵਾਸਤੇ ਕੋਈ ਰਿਸ਼ਤਾ ਲੱਭ। ਇਹ ਸੁਜੈਸਟ ਕਰਦਾ ਕਿ ਵੀ ਇੱਕ ਮੁੰਡਾ ਹੈਗਾ ਹੈ ਨਾ, ਐਂ ਕਰਕੇ ਕੈਂਸਰ 'ਤੇ ਪ੍ਰੋਜੈਕਟ ਕਰ ਰਿਹਾ, ਬਹੁਤ ਵਧੀਆ ਮੁੰਡਾ ਹੈਗਾ, ਕਿ ਜੇ ਆਪਾਂ ਉਹਨਾਂ ਨਾਲ ਗੱਲ ਚਲਾ ਕੇ ਦੇਖ ਲਈਏ ਤਾਂ ਵਧੀਆ ਗੱਲ ਹੈ। ਤਾਂ ਇਸ ਗੱਲ ਨੂੰ ਲੈ ਕੇ ਕੀਰਤੀ ਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਵੀ ਇਹ ਕਿਹਦੇ ਬਾਰੇ ਗੱਲ ਕਰ ਰਹੇ ਨੇ, ਜਿਹਦੇ ਬਾਰੇ ਬਾਅਦ 'ਚ ਜਰਨੈਲ ਦੱਸ ਵੀ ਦਿੰਦਾ, ਉਹਦਾ ਨਾਮ ਵੀ ਸ਼ੋਅ ਕਰ ਦਿੰਦਾ ਹੈਗਾ। ਬਿਲਕੁਲ ਅਖੀਰ 'ਤੇ ਬਿਲਕੁਲ ਅਖੀਰ 'ਤੇ ਪਹੁੰਚਦੇ ਕੀ ਹੈ ਕਿ ਉਸ ਗੱਲ ਨੂੰ ਜਦੋਂ ਅਮਨ ਪ੍ਰੋਜੈਕਟ ਰਿਪੋਰਟ ਤਿਆਰ ਕਰ ਰਿਹਾ MSc ਵਾਲੀ, ਉਹਨੂੰ ਸਮਾਂ ਹੋ ਗਿਆ, ਉਹਨੇ ਆਪਣੀ ਰਿਪੋਰਟ ਜਿਹੜੀ ਹੈ ਉਹ ਸਬਮਿਟ ਕਰਤੀ ਹੈਗੀ ਹੈ। ਅਤੇ ਹੁਣ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਕੋਈ ਪ੍ਰੋਫੈਸਰ ਹੈ, ਉਹ ਛੁੱਟੀ 'ਤੇ ਗਿਆ ਹੈ। ਅਮਨ ਉਹਦੀ ਥਾਂ 'ਤੇ ਗੈਸਟ ਫੈਕਲਟੀ ਵਜੋਂ ਕੰਮ ਕਰ ਰਿਹਾ ਹੈਗਾ। ਤਾਂ ਲਾਸਟ ਜਿੱਥੇ ਪਹੁੰਚਦਾ ਕਾਂਡ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਕਿ ਅਮਨ ਬਹੁਤ ਹਤਾਸ਼ ਹੈ, ਨਿਰਾਸ਼ ਹੈ, ਹੈ ਨਾ, ਹਨੇਰਾ ਹੈਗਾ, ਹਨੇਰੀ ਆ ਕੇ ਹਟੀ ਹੈਗੀ ਹੈ। ਤਾਂ ਉਹ ਬੜਾ ਇਸ ਗੱਲ ਨੂੰ ਲੈ ਕੇ ਬੜਾ ਦੁਖੀ ਅਤੇ ਪਰੇਸ਼ਾਨ ਹੈਗਾ ਕਿ ਕੀ ਬਣੂਗਾ, ਹੈ ਨਾ, ਸਾਰੇ ਸਿਸਟਮ ਦਾ ਬਣਨਾ ਕੀ ਹੈਗਾ। ਜਿਨ੍ਹਾਂ ਰੋਗੀਆਂ ਦੇ ਨਾਲ ਉਹਨੇ ਪਹਿਲਾਂ ਗੱਲਬਾਤ ਕੀਤੀ ਹੈ, ਭਾਵੇਂ ਉਹ ਨਿਰਮਲ ਹੈ, ਕਰਮੂ ਹੈ, ਬੰਸੋ ਹੈ, ਰਣਧੀਰ ਸਿੰਘ, ਹੈ ਨਾ, ਉਹ ਸਾਰੇ ਮਰ ਚੁੱਕੇ ਹੈਗੇ ਨੇ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਹੁਣ ਇਹ ਗੱਲ ਅਮਨ ਨੂੰ ਪਰੇਸ਼ਾਨ ਕਰਦੀ ਹੈਗੀ ਹੈ। ਅਮਨ ਹਮਲਾ ਮਾਰਦਾ, ਉਹ NGO ਸੰਸਥਾਵਾਂ ਨਾਲ ਰਾਬਤਾ ਕਰਦਾ ਹੈਗਾ, ਸੁੱਖੀ ਦੇ ਨਾਲ ਰਾਬਤਾ ਕਰਦਾ। ਸੁੱਖੀ ਵੀ ਇਹ ਚਾਹੁੰਦਾ ਹੈਗਾ ਕਿ ਚਲੋ ਮੇਰੇ ਫਾਦਰ ਦੀ ਡੈਥ ਹੋ ਗਈ, ਪਰ ਮੈਂ ਜਿਹੜੇ ਵੀ ਰੋਗੀ ਬਚ ਸਕਦੇ ਹੈਗੇ ਨੇ ਮੈਂ ਉਹਨਾਂ ਨੂੰ ਬਚਾ ਲਵਾਂ। ਤਾਂ ਉਹ ਪਿੰਡਾਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਵਾਲੇ ਕੈਂਪ, ਹੈ ਨਾ, ਉਹਦੀ ਚੈਕਿੰਗ ਨਾਲ ਸੰਬੰਧਿਤ ਜਿਹੜੇ ਕੈਂਪ ਹੈਗੇ ਨੇ ਉਹ ਲਗਾਉਂਦੇ ਨੇ। ਅਤੇ ਅਮਨ ਇਹਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਉਹਦੀ ਵੀ ਸਹਿਭਾਗਤਾ ਬਣੀ ਰਹਿੰਦੀ ਹੈਗੀ ਹੈ ਨਾ। ਪਰ ਅਮਨ ਜਿਹੜਾ ਹੈ ਉਹਦੇ ਮਨ ਦੇ ਵਿੱਚ ਡਰ, ਤੌਖਲਾ ਹੈ ਨਾ, ਨਿਰਾਸ਼ਾ ਹੈ ਇਸ ਗੱਲ ਨੂੰ ਲੈ ਕੇ ਕਿ ਇਹ ਮਤਲਬ ਜਿਸ ਸਪੀਡ ਦੇ ਨਾਲ ਇਹ ਵੱਧ ਰਿਹਾ, ਜੋ ਕੁਛ ਹੋ ਰਿਹਾ, ਜਿਸ ਢੰਗ ਦਾ ਸਰਕਾਰਾਂ ਦਾ ਰਵੱਈਆ ਹੈਗਾ, ਕਿ ਇਹ ਗੱਲ ਕਿੱਧਰ ਨੂੰ ਜਾਊਗੀ, ਹੈ ਨਾ। ਪਰ ਅਖੀਰ 'ਤੇ ਆਉਂਦਾ ਉਹ ਪੋਜ਼ੀਟਿਵ ਹੋ ਜਾਂਦਾ ਹੈਗਾ। ਉਹ ਇਹ ਸੋਚਦਾ ਹੈਗਾ ਕਿ ਮੈਂ ਜਿਹੜੀ ਆਪਣੀ ਅੱਗੇ ਦੀ ਜਿਹੜੀ ਮੇਰੀ ਜ਼ਿੰਦਗੀ ਹੈਗੀ ਹੈ, ਮੈਂ ਉਹ ਇਹਨਾਂ ਰੋਗੀਆਂ ਦੇ ਲੇਖੇ ਲਾਊਂਗਾ, ਇਹਨਾਂ ਨੂੰ ਮੈਂ ਸੁਚੇਤ ਕਰੂੰਗਾ, ਇਹਨਾਂ ਦੇ ਵਿੱਚ ਮੈਂ ਜਾਗਰੂਕਤਾ ਪੈਦਾ ਕਰੂੰਗਾ। ਜਿੱਥੋਂ ਤੱਕ ਮੇਰਾ ਵੱਸ ਚੱਲਦਾ ਹੈਗਾ, ਮੈਂ ਆਸੇ ਪਾਸਿਓਂ ਫੰਡਿੰਗ ਕਰਾ ਕੇ ਜਿੱਥੋਂ ਵੀ ਮਤਲਬ ਮੇਰਾ ਦਾ ਲੱਗਦਾ ਹੈ ਨਾ, ਤਾਂ ਮੈਂ ਇਹਨਾਂ ਦੀ ਇਮਦਾਦ ਕਰਨ ਦੀ ਕੋਸ਼ਿਸ਼ ਕਰੂੰਗਾ, ਹੈ ਨਾ। ਤਾਂ ਲਾਸਟ ਦੇ ਆ ਕੇ ਜਿਹੜਾ ਨਾਵਲ ਹੈ ਉਹ ਇੱਥੇ ਹੀ ਖਤਮ ਹੋ ਜਾਂਦਾ ਹੈਗਾ ਕਿ ਬਈ ਹੁਣ ਇਹ ਸੌਣ ਦਾ ਵੇਲਾ ਨਹੀਂ ਹੈਗਾ, ਇਹ ਜਾਗਣ ਦਾ ਵੇਲਾ ਹੈਗਾ, ਕਿ ਹਨੇਰੇ ਤੋਂ ਸਵੇਰੇ ਵੱਲ ਤੁਰਨ ਦਾ ਇਹ ਵੇਲਾ ਹੈਗਾ, ਤਾਂ ਕਿ ਜਿਹੜਾ ਕੈਂਸਰ ਦਾ ਰੋਗ ਹੈਗਾ ਇਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਕੇ ਜਿਹੜੇ ਕੇਸ ਵੱਧ ਰਹੇ ਨੇ ਜਾਂ ਉੱਧਰ ਨੂੰ ਜਿਨ੍ਹਾਂ ਨੇ ਵਧਣਾ ਹੈਗਾ ਉਹਨਾਂ ਨੂੰ ਕਿਸੇ ਵੀ ਢੰਗ ਦੇ ਨਾਲ ਆਪਾਂ ਕਹਿ ਸਕਦੇ ਹੈਗੇ ਉਹਨੂੰ ਘਟਾਇਆ ਜਾ ਸਕੇ। ਸੋ ਪਿਆਰੇ ਵਿਦਿਆਰਥੀਓ, ਆਪਾਂ ਡਿਸਕਸ ਕਰ ਰਹੇ ਸੀ ਕੈਂਸਰ ਟ੍ਰੇਨ ਨਾਵਲ ਦਾ ਸਾਰ। ਹੁਣ ਮੈਨੂੰ ਤੁਸੀਂ ਇਜਾਜ਼ਤ ਦਿਓ, ਜੇ ਤੁਹਾਨੂੰ ਇਹ ਆਡੀਓ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਜਿਹੜਾ ਮੇਰਾ ਚੈਨਲ ਹੈ ਦਾ ਗੋਲਡਨ ਗੇਟ ਸਟੂਡੀਓ, ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ। ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਕਰ ਦਿਓ, ਬਹੁਤ ਹੀ ਪਸੰਦ ਆਈ ਹੈਗੀ ਹੈ ਇਹਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ। ਮੈਨੂੰ ਖੁਸ਼ੀ ਹੋਊਗੀ ਇਸ ਗੱਲ ਦੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ।